ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧੀਰ ਮਲ ਬਾਨੀ ਸੁਨ ਮਾਨੀ, ਕੀਨ ਸਰਾਹਨ ਨੀਕ ਬਖਾਨੀ। ਕੋ ਅਸ ਅਹੈ ਕਾਜ ਕੇ ਪਰੇ, ਸੁਗਮ ਜਤਨ ਤੇ ਸਿੱਖ ਨਾ ਕਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਚਵਰ ਛਤਰ ਤਖਤਾਂ ਦੇ ਮਾਲਕ, ਵਾਲੀਏ ਕੁਲ ਆਲਮ, ਰਾਜਾਨ ਰਾਜ, ਪਾਨਾਨ ਭਾਨ, ਦੇਵਾਨ ਦੇਵ, ਉਪਮਾ ਮਹਾਨ। ਸਾਹਿਬ ਸਤਿਗੁਰੂ ਧੰਨ 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 ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ सतगुरु श्री गुरु तेग बहादुर जी महाराज जियों के पावन मुकद्दस स्थान साहिब जियां दे चरनां नाल निवाजी धरती गुरुद्वारा श्री दुख निवारण साहिब जी दे पावन अस्थानां दी यात्रा करके और तथा रोज़ाना प्रेम नेम दे नाल साहिब जी के चरण कमलां अंदर जुड़ करके इतिहास की कथा वार्ता सरवण करने हित पहुँचे गुरु रूप गुरु संगत जियो। धन सतगुरु श्री गुरु तेग बहादुर महाराज जियों के जीवन प्रसंग चल रहे हैं। सतगुरु श्री गुरु तेग बहादुर महाराज जी जगत के अंदर प्रगट होए और खोटी मत वालियां ने सतगुरु महाराज जियां दे तेज प्रताप नूं दबना चाहया, पर सूरज दे तेज प्रताप नूं कौन पाई मटाल सकदा है। बाबा धीरमल ने सीए मसंद दे राही अनेकां जतन कीते। ये हुण जो 2025 दे अंदर सतगुरु श्री गुरु तेग बहादुर महाराज सच्चे पातशाह जियां दा 350 साला जो शहीदी शताब्दी भी है संगत जी। सो सतगुरु महाराज जियों के पावन पवित्र जस नूं गुरु इतिहास राही महाराज जियों की पावन पवित्र बाणी राही इतिहास राही सतगुरु जी दे दीदार कर सकीए, बाणी राही गुरु जी के दीदार कर सकीए भाई, उतना ही पुण्य महात्म है सतगुरु महाराज जियों दे नाल सांझ पाउणे दा इतिहास दे राही बाणी दे राही। सो पिछे दीवाना अंदर आप जियां ने सरवण कीता बाबा धीरमल आदि श्री गुरु ग्रंथ साहिब महाराज जियों की पावन पवित्र भीड़ ढूंढने वास्ते ब्यासा दरिया दे अंदर जतन अनेकां कीते, परंतु प्राप्त ना होई। फिर एक सेवक ने आन के बाबा धीरमल नूं कोलों कहा, हिरदे अंदर कपट रख के ना काम करो, बेनती करो गुरुदेव जियां नूं त्याग के वड्डियां गुरां तो लैके 9वें पातशाह तक सतगुरु महाराज जियां दे चरण कमलां विच बेनती करो। सतगुरु जी नूं खोजना होवे भाई, हिरदे दा कपट दूर करना पवे। जे सतगुरु महाराज जियों की सेवा करके गुरुदेव जियां नूं हिरदे दे अंदर ढूंढना है भाई। बाबा धीरमल बाहरी तौर ते सतगुरु महाराज जियां नूं ढूंढ रहे हैं, लभ रहे हैं, और गुरु नूं ढूंढना होवे, गुरु नूं मिलना होवे, अंतर कपट सतगुरु महाराज जियों दे अंदरों ने कपट हो करके सेव कमानी पवे ते साहिब जियों की भाई कीती सेवा दे नाल गुरु दी प्राप्ति हुंदी है।
ਸੋ ਜਦੋਂ ਇਤਨੀ ਬਾਤ ਗੁਰੂ ਕੇ ਸੇਵਕ ਨੇ ਬਾਬਾ ਧੀਰਮਲ ਨੂੰ ਆਣ ਕੇ ਕਹੀ, ਫਿਰ ਉਹਨਾਂ ਦੇ ਹਿਰਦੇ ਅੰਦਰ ਇਹ ਗੱਲ ਆਣ ਕੇ ਛੂਹੀ ਹੈ। ਔਰ ਕਿਸ ਪ੍ਰਕਾਰ ਦੇ ਨਾਲ ਸਤਿਗੁਰੂ ਮਹਾਰਾਜ ਜੀਆਂ ਦੇ ਸਵਰੂਪ ਬਾਬਾ ਧੀਰਮਲ ਨੂੰ ਪ੍ਰਾਪਤ ਹੁੰਦੇ ਹਨ, ਆਓ ਇਹ ਪ੍ਰਸੰਗ ਇੱਥੋਂ ਸਰਵਣ ਕਰੀਏ। ਮਨ ਬਿਰਤੀਆਂ ਦੀ ਇਕਾਗਰਤਾਈ ਲਈ ਉਚਾਰਨ ਕਰੋ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਧੀਰਮਲ ਬਾਣੀ ਸੁਨ ਮਾਨੀ। ਬਾਬਾ ਧੀਰਮਲ ਨੇ ਜਦੋਂ ਇੰਨੇ ਗੁਰੂ ਕੇ ਸੇਵਕ ਨੇ ਬਚਨ ਕਹੇ, ਉਹਦੇ ਬਚਨਾਂ ਨੂੰ ਮੰਨਿਆ ਹੈ, ਸੁਣਿਆ ਹੈ। ਕੀਨ ਸਰਾਹਨ ਨੀਕ ਬਖਾਨੀ। ਔਰ ਉਹਦੇ ਬੋਲਾਂ ਨੂੰ ਸਰਾਹਿਆ, ਕਹਿੰਦੇ ਜਿਵੇਂ ਤੁਸੀਂ ਕਹਿੰਦੇ ਹੋ ਠੀਕ ਹੈ। ਕੋ ਅਸ ਅਹੈ ਕਾਜ ਕੇ ਪਰੇ। ਭਾਈ ਕਿਹੜਾ ਐਸਾ ਕਾਰਜ ਜਿਹੜਾ ਕੋਈ ਆਣ ਕੇ ਪਵੇ ਤੇ ਉਹ ਕਾਰਜ ਹੱਲ ਨਾ ਹੋਵੇ? ਐਸੀ ਕਿਹੜਾ ਮੁਸ਼ਕਲ ਆਣ ਕੇ, ਕਿਹੜੀ ਐਸੀ ਜੀਵਨ ਦੇ ਅੰਦਰ ਮੁਸ਼ਕਲ ਬਣਦੀ ਹੈ ਜਦੋਂ ਕੰਮ ਆਣ ਕੇ ਪਵੇ ਤੇ ਉਹ ਹੱਲ ਨਾ ਹੋਵੇ? ਸੁਗਮ ਜਤਨ ਤੇ ਸਿੱਖ ਨਾ ਕਰੇ। ਸੁਗਮ ਸੋਹਣੇ ਜਤਨ ਦੇ ਨਾਲ, ਗੁਰੂ ਦੇ ਜਤਨ ਦੇ ਨਾਲ, ਗੁਰੂ ਦੀ ਦਿੱਤੀ ਮੱਤ ਦੇ ਨਾਲ ਭਾਈ ਜੀਵ ਉਹ ਜਤਨ ਕਰੇ ਤੇ ਉਹ ਹੱਲ ਨਾ ਹੋਵੇ। ਕਿਹੜਾ ਐਸਾ ਜੀਵਨ ਦਾ ਮੁਸ਼ਕਲ ਆਣ ਕੇ ਬਣੇ, ਜਾਂ ਜਦੋਂ ਵੀ ਭਾਈ ਕਈ ਵਾਰ ਸੰਗਤ ਜੀ ਕੋਈ ਜੀਵਨ ਅੰਦਰ ਨਾ ਵੈਸੇ ਹੀ ਆਪ ਸਮਾਂ ਬਣਦਾ ਹੈ ਕਿ ਜਦੋਂ ਬੰਦੇ ਨੂੰ ਕੁਝ ਨਹੀਂ ਸੁੱਝਦਾ, ਜਦੋਂ ਜੀਵਨ ਅੰਦਰ ਕਈ ਵਾਰ ਕੁਝ ਵੀ ਨਹੀਂ ਸੁੱਝਦਾ ਕਿ ਹੁਣ ਕੀਤਾ ਕੀ ਜਾਏ, ਕੋਈ ਸਮਾਂ ਐਸਾ ਆਣ ਕੇ ਕਈ ਵਾਰੀ ਬਣਦਾ ਹੈ। ਭਗਵਾਨ ਸ਼੍ਰੀ ਕ੍ਰਿਸ਼ਨ ਨੇ ਇੱਕ ਥਾਂ ਅਰਜਨ ਨੂੰ ਉਪਦੇਸ਼ ਦਿੰਦਿਆਂ ਜਦੋਂ ਉਹਨਾਂ ਨੇ ਪੁੱਛਿਆ ਦੁੱਖ ਦਾ ਸਮਾਂ ਆਵੇ ਤੇ ਕੀਤਾ ਕੀ ਜਾਏ, ਅੱਗੋਂ ਭਗਵਾਨ ਸ਼੍ਰੀ ਕ੍ਰਿਸ਼ਨ ਕਹਿਣ ਲੱਗੇ ਅਰਜਨ ਨੂੰ, ਕਹਿੰਦੇ ਹੇ ਅਰਜੁਨ ਬਾਤ ਸੁਣ। ਇੱਕ ਗੱਲ ਚੇਤੇ ਵਿੱਚ, ਇੱਕ ਪੰਕਤੀ ਚੇਤੇ ਵਿੱਚ ਰੱਖ। ਕਹਿੰਦੇ ਜੀ ਕਿਹੜੀ? ਬਸ ਇੰਨੀ ਗੱਲ ਚੇਤੇ ਰੱਖ ਕਿ ਸਮਾਂ ਕਦੇ ਕਸਾਰ ਨਹੀਂ ਰਹਿੰਦਾ। ਜੀਵਨ ਅੰਦਰ ਕਈ ਵਾਰ ਕੋਈ ਮੁਸ਼ਕਲ ਆਣ ਕੇ ਬਣੇ, ਕੋਈ ਸਮਾਂ ਐਸਾ ਆਣ ਕੇ ਬਣੇ ਬੰਦੇ ਨੂੰ ਕੋਈ ਹੱਲ ਨਾ ਸੁਝੇ। ਇੱਕ ਗੱਲ ਚੇਤੇ ਰੱਖ, ਸਮਾਂ ਕਦੇ ਵੀ ਇੱਕ ਪ੍ਰਕਾਰ, ਸਮਾਂ ਕਦੇ ਵੀ ਇੱਕਸਾਰ ਨਹੀਂ ਰਹਿੰਦਾ। ਬਸ ਇਤਨੀ ਬਾਤ ਚੇਤੇ ਰੱਖ, ਸਮਾਂ ਸਦਾ ਤਬਦੀਲ ਹੁੰਦਾ ਰਹਿੰਦਾ ਹੈ, ਤਬਦੀਲੀ ਹੈ ਇਹਦੇ ਅੰਦਰ। ਤੇ ਬਾਬਾ ਧੀਰਮਲ ਉੱਥੇ ਵਿਚਾਰ ਕਰਨ ਲੱਗੇ ਕਿਹੜਾ ਐਸਾ ਕਾਰਜ ਹੈ ਗੁਰਦੇਵ ਨੂੰ ਸਿਮਰੀਏ, ਗੁਰੂ ਨੂੰ ਸਿਮਰੀਏ ਤੇ ਹੱਲ ਨਾ ਹੋਵੇ। ਸੁਗਮ ਜਤਨ ਤੇ ਸਿੱਖ ਨਾ ਕਰੇ। ਭਾਈ ਕਿਹੜਾ ਐਸਾ ਜਤਨ ਹੈ ਗੁਰੂ ਕਾ ਸੇਵਕ ਕਰੇ, ਸਾਹਿਬ ਜੀ ਨੂੰ ਸਿਮਰ ਕੇ ਤੇ ਉਹ ਹੱਲ ਨਾ ਹੋਵੇ। ਨਿਰਹੰਕਾਰ ਹੋਏ ਮਨ ਬਾਨੀ। ਹਾਂ, ਨਿਰਹੰਕਾਰ ਹੋ ਕਰਕੇ, ਅੰਦਰੋਂ ਕਪਟ ਦੂਰ ਕਰਕੇ ਗੁਰੂ ਨੂੰ ਪ੍ਰਾਪਤ ਕਰਨਾ ਹੈ, ਗੁਰੂ ਨੂੰ ਲੱਭਣਾ ਹੈ। ਭਾਈ ਅੰਦਰੋਂ ਕਪਟ ਦੂਰ ਕਰਕੇ, ਅੰਦਰੋਂ ਆਪਣਾ ਹਿਰਦਾ दूर साफ करके अंदर दे कपट नूं सतगुरु गुरु नानक देव महाराज जीओ की पावन बाणी श्री राग दा बचन है, लब सोयना अंतने अंदर रस भरे हन। रस सोयना रस रूपा आमन रस परमल की वास, रस घोड़े रस सेजा मंदिर, रस मीठा रस मास, एते रस शरीर के कै घट नाम निवास। धन श्री गुरु नानक देव महाराज श्री राग दे अंदर परमेश्वर नूं गुरु नूं आराध रहे हाँ। महाराज हिरदे रूपी घर विच आओ, हिरदे रूपी घर विच आओ। सतगुरु कहंदे सिखा थां किथे है? हिरदे विच है थां। मन लै गुरु आ भी जान, अंदर बिठाउण जोगी थां है। महाराज हिरदे अंदर थां नहीं। सतगुरु कहन लगे वेख तां रस सोयना, सोयने दा रस तेरे अंदर भरिया, रस रूपा कामण, रस परमल की वास, रस घोड़े रस सेजा मंदिर, रस मीठा रस मास, इते रस शरीर के कै घट नाम निवास। कोई है भांडा भाई जिथे परमेश्वर जी नूं बिठाउण वास्ते थां बची होवे अंदर? थां तां कोई है नहीं। गुरु नूं ढूंढ रहे हाँ, गुरु नूं लभ रहे हाँ। बाबा धीरमल बाहरी तौर ते ढूंढ रहे हन भाई। जे अंतरीव तौर ते भी गुरु नूं ढूंढना होवे, गुरु नूं मिलना, गुरु नूं लभना पाई, अंदरों पहला कपट जिहड़ा है उहनूं दूर करना पवे। कूड़ कपट नूं भाई इहनूं दूर करके फिर ही साहिब जी दी प्राप्ति है।
ਸੋ ਇੱਥੇ ਬਾਬਾ ਧੀਰਮਲ ਵਿਚਾਰ ਕਰਨ ਲੱਗੇ, ਕਹਿੰਦੇ ਅੰਦਰ ਦਾ ਜਿਹੜਾ ਕਪਟ ਹੈ ਨਾ, ਅੰਦਰ ਦਾ ਪਾਜ, ਇਸ ਕਪਟ ਨੂੰ ਦੂਰ ਕਰਕੇ ਗੁਰੂ ਨੂੰ ਢੂੰਡਣਾ ਕਰੋ। ਪਦ ਅਰ ਪਾਨ ਪਖਾਰ ਸਪਾਨੀ। ਫਿਰ ਭਾਈ ਉਹਨੇ ਫਿਰ ਉੱਥੇ ਹੱਥ ਪੈਰ ਧੋ ਕਰਕੇ ਸਰਲ ਹਿਰਦਾ ਕਰ ਹੋਏ ਸੇ ਖਰਿਓ। ਹਾਂ, ਸਰਲ ਹਿਰਦਾ, ਅੰਦਰ ਦਾ ਕਪਟ ਦੂਰ ਕਰਕੇ, ਕਿਉਂਕਿ ਸੰਸਾਰ ਨੂੰ ਭਾਈ ਚਾਤਰੀਆਂ ਚੰਗਿਆਈਆਂ ਅਵਰ ਸਿਆਣਪ ਕਿਤ, ਜਾਂ ਬਾਬਾ ਕਬੀਰ ਸਾਹਿਬ ਜੀ ਦੀ ਪੰਕਤੀ ਹੈ, ਚਤੁਰਾਈ ਨਾ ਚਤੁਰਭੁਜ ਪਾਈ ਹੈ। ਕਹਿੰਦੇ ਚਤੁਰਾਈ ਦੇ ਨਾਲ ਚਤੁਰਭੁਜ ਦੀ ਪ੍ਰਾਪਤੀ ਨਹੀਂ, ਪਰਮੇਸ਼ਰ ਦੀ ਪ੍ਰਾਪਤੀ। ਚਲੋ ਸੰਸਾਰ ਨੂੰ ਤਾਂ ਲੋਕੀ ਠੱਗ ਸਕਦੇ ਨੇ, ਕਿਸੇ ਨੂੰ ਠੱਗ ਲਿਆ, ਕਿਸੇ ਨੂੰ ਲਾਰਾ ਲਾ ਦਿੱਤਾ, ਭਾਈ ਚੱਲ ਇੱਦਾਂ ਨਹੀਂ ਇੱਦਾਂ ਕਰ ਲਵਾਂਗੇ, ਚਲੋ ਕੋਈ ਗੱਲ ਨਹੀਂ। ਤੇ ਮਹਾਰਾਜ ਜੀਆਂ ਨੂੰ ਵੀ ਭਾਈ ਕੋਈ ਲਾਰਾ ਲਾ ਸਕਦਾ ਹੈ, ਜਾਂ ਸਤਿਗੁਰੂ ਜੀ ਨੂੰ ਲਾਰਾ ਲਾ ਕੇ ਮਹਾਰਾਜ ਚਲੋ ਫਿਰ ਇੱਦਾਂ ਕਰ ਲਵਾਂਗੇ, ਹੁਣ ਇੱਦਾਂ ਨਹੀਂ। ਭਾਈ ਚਤੁਰਾਈ ਨਾ ਚਤੁਰਭੁਜ ਪਾਈਆ, ਗੁਰੂ ਦੇ ਨਾਲ ਨਹੀਂ। ਗੁਰੂ ਨਾਲ ਇਸ ਪ੍ਰਕਾਰ ਕੋਈ ਵੀ ਕਪਟ ਕਮਾ ਕੇ ਗੁਰੂਦੇਵ ਨਾਲ ਨਹੀਂ ਕਾਰਜ ਹੱਲ ਹੋ ਸਕਦਾ। ਸੋ ਇੱਥੇ ਫਿਰ ਬਾਬਾ ਧੀਰਮਲ ਨੇ ਸਰਲ ਹਿਰਦਾ ਭਾਵ ਹਿਰਦੇ ਨੂੰ ਸਮਤਲ ਕਰਕੇ, ਫਰੀਦਾ ਮਨ ਮੈਦਾਨ ਕਰ ਟੋਏ ਟਿੱਬੇ ਲਾਏ। ਆ ਅੰਦਰ ਦੇ ਟੋਏ ਟਿੱਬੇ ਨੇ, ਟੋਇਆਂ 'ਚ ਨਾ ਫਸਲ ਟੋਇਆਂ 'ਚ ਚੱਜ ਨਾਲ ਹੋਵੇ ਭਾਈ, ਨਾ ਜਿਹੜੀ ਫਸਲ ਹੈ ਟਿੱਬਿਆਂ ਤੇ ਹੋਵੇ। ਟਿੱਬਿਆਂ ਵਾਲੀ ਫਸਲ ਸੁੱਕ ਜਾਂਦੀ ਹੈ, ਟੋਇਆਂ ਵਾਲੀ ਪਾਣੀ ਨਾਲ ਮਰ ਜਾਂਦੀ ਹੈ। ਦੋਹਾਂ ਥਾਵਾਂ ਤੇ ਫਸਲ ਨਹੀਂ ਹੁੰਦੀ। ਬਾਬਾ ਜੀ ਫਿਰ ਫਸਲ ਹੁੰਦੀ ਕਿੱਥੇ ਹੈ? ਕਹਿੰਦੇ ਮਨ ਮੈਦਾਨ ਕਰ ਟੋਏ ਟਿੱਬੇ ਲਾਹੇ। ਭਾਈ ਆ ਜਿਹੜੀਆਂ ਚੰਗਿਆਈਆਂ ਜਾਂ ਅੰਦਰ ਦੀਆਂ ਚਲਾਕੀਆਂ, ਹੰਕਾਰ ਦੀਆਂ ਪਦਵੀਆਂ, ਮੇਰੇ ਕੋਲ ਇੰਨਾ ਕੁਛ ਜਾਂ ਮੈਂ ਇਤਨਾ ਕੁਛ, ਇਹ ਕੀ ਹਨ ਭਾਈ? ਇਹ ਟਿੱਬਿਆਂ ਦੇ ਰੂਪ ਬਣ ਗਏ। ਫਸਲ ਇੱਥੇ ਵੀ ਨਹੀਂ ਹੁੰਦੀ। ਬਾਬਾ ਧੀਰਮਲ ਵਾਂਝਾ ਕਿਉਂ ਰਹਿ ਗਿਆ, ਖਾਲੀ ਕਿਉਂ ਰਹਿ ਗਿਆ ਅੰਦਰ ਦੇ ਹੰਕਾਰ ਕਾਰਨ? ਕਹਿੰਦੇ ਫਿਰ ਗੁਰੂ ਨੂੰ ਕਿਸ ਪ੍ਰਕਾਰ ਢੂੰਡਿਆ ਜਾਵੇ? ਨਿਰਹੰਕਾਰ ਹੋਏ, ਨਿਰਹੰਕਾਰ ਹੋ ਕਰਕੇ ਪਰਮੇਸ਼ਰ ਜੀ ਨੂੰ ਅਰਾਧਿਆ ਜਾਏ। ਸਰਲ ਹਿਰਦਾ ਹੋ ਕਰਕੇ ਫਿਰ ਇਹਨੇ ਅਰਦਾਸ ਬੇਨਤੀ ਵਾਲੇ ਪਾਸੇ ਜੁੜਿਆ ਹੈ। ਨੋ ਸਤਿਗੁਰ ਕੋ ਸਿਮਰਨ ਕਰਿਓ। ਫਿਰ ਸਤਿਗੁਰੂ ਮਹਾਰਾਜ ਜੀਆਂ ਨੂੰ ਭਾਈ ਅਰਦਾਸ ਬੇਨਤੀ ਅੰਦਰ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਤੱਕ ਵੱਡਿਆਂ ਗੁਰਾਂ ਦਾ ਨਾਮ ਲੈ ਕਰਕੇ, ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਦੀ ਆਰਾਧਨਾ ਕਰਕੇ, ਪੰਜ ਬਾਰ ਸਭ ਲੈ ਕਰ ਨਾਮ। ਕਹਿੰਦੇ ਭਾਈ 5 ਵਾਰ ਵੱਡਿਆਂ ਗੁਰਾਂ ਦੇ ਨਾਮ ਨੂੰ ਲੈ ਕਰਕੇ ਸੰਗਤ ਜੀ ਕਰ ਕੋ ਜੋਰਤ ਕਰਿਓ ਪ੍ਰਣਾਮ। ਹੱਥ ਜੋੜ ਕਰਕੇ ਨਮਸਕਾਰ ਕੀਤੀ ਹੈ ਗੁਰਾਂ ਵੱਲ। ਆਪਣੋ ਕਾਰਜ ਆਪ ਕਰੀਜੈ। ਹੇ ਮੇਰੇ ਸਾਹਿਬ ਜੀ, ਆਪਣੇ ਕਾਰਜ ਤੁਸੀਂ ਆਪ ਕਰਨਾ ਕਰੋ। ਪਾਨ ਨਿਸ਼ਾਨੀ ਕੋ ਬਿਦ ਤੀਜੈ। ਸਾਹਿਬ ਜੀ ਕਿਰਪਾਲਤਾ ਕਰੋ, ਮੈਨੂੰ ਕੋਈ ਨਾ ਕੋਈ ਨਿਸ਼ਾਨੀ ਮਿਲ ਜਾਵੇ ਇਸ ਥਾਂ ਤੋਂ। 5000 ਰਜਤ ਪਨ ਕੇ। ਮਹਾਰਾਜ ਮੈਂ 5000 ਰਜਤ ਪਨ ਅਰਦਾਸੇ ਸੇਵਾ ਵਿੱਚ ਲਾਵਾਂਗਾ। ਪੰਚਾਮ੍ਰਿਤ ਕਰਾਏ ਤਿਨ ਹੇਰ। ਸਾਹਿਬ ਜੀ ਫਿਰ ਮੈਂ ਕੜਾ ਪ੍ਰਸ਼ਾਦ ਦੀ ਦੇਗ ਪੰਚਾਮ੍ਰਿਤ ਤਿਹਾਵਲ ਤਿਆਰ ਕਰਾ ਕੇ ਸੰਗਤ ਵਿੱਚ ਵਰਤਾਉਣਾ ਕਰਾਂਗਾ। ਇਮ ਸਭ ਮਹਿ ਕੀਨਸ ਅਰਦਾਸ। ਇਸ ਪ੍ਰਕਾਰ ਉਸ ਵਕਤ ਬਾਬਾ ਧੀਰਮਲ ਅਰਦਾਸ ਕਰ ਰਹੇ ਹਨ। ਖਰੇ ਹੋਏ ਸਲਤਾ ਕੇ ਪਾਸ। ਦਰਿਆ ਦੇ ਕਿਨਾਰੇ ਖਲੋ ਕਰਕੇ ਨਵ ਗੁਰੂਆਂ ਕੋ ਕਰ ਕਰ ਨਮੋ। ਫਿਰ ਇਸ ਪ੍ਰਕਾਰ ਵੱਡਿਆਂ ਗੁਰਾਂ ਦੇ ਚਰਨ ਕਮਲਾਂ ਵਿੱਚ ਸਾਧ ਸੰਗਤ ਜੀ ਵਾਰ-ਵਾਰ ਵੱਡਿਆਂ ਗੁਰਾਂ ਦੇ ਨਾਮ ਨੂੰ ਲੈ ਕਰਕੇ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਨੂੰ ਸਿਮਰ ਕਰਕੇ ਅਰਦਾਸ ਬੇਨਤੀ ਕੀਤੀ। ਸਿਮਰਿਓ ਗ੍ਰੰਥ ਬਹੁਰ ਤਿਮ ਸਮੋ। ਫਿਰ ਸਾਹਿਬ ਜੀ ਕੀ ਪਾਵਨ ਪਵਿੱਤਰ ਬਾਣੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਚਰਨ ਕਮਲਾਂ ਵਿੱਚ ਅਰਦਾਸ ਕੀਤੀ। ਸਤਨਾਮ ਕੀ ਜਾਗਤ ਜੋਤ। ਔਰ ਕਹਿਣ ਲੱਗੇ ਪਰਮੇਸ਼ਰ ਜੀਆਂ ਦੀ, ਗੁਰਦੇਵ ਮਹਾਰਾਜ ਜੀਆਂ ਦੀ ਹੈ ਜਾਗਦੀ ਜੋਤ। ਚਿਤਵਤ ਜਹ ਕਹਿ ਹਾਜ਼ਰ ਹੋਤ। ਜਿੱਥੇ ਕਿਤੇ ਵੀ ਸੇਵਕ ਜਨ ਅਰਦਾਸ ਬੇਨਤੀ ਜੋਦੜੀ ਕਰੇ, ਆਪ ਹਾਜ਼ਰ ਨਾਜ਼ਰ ਹੁੰਦੇ ਹੋ। ਕਿਰਪਾਲਤਾ ਕਰੋ ਤੁਸੀਂ, ਆ ਮੇਰੇ ਜਿਹੜਾ ਅੰਦਰ ਦਾ ਭਰਮ ਹੈ ਹੁਣ ਇਹਨੂੰ ਦੂਰ ਕਰ ਦੇਵੋ। ਮਨੋ ਕਾਮਨਾ ਦੇ ਤਤਕਾਲ। ਇਸ ਪ੍ਰਕਾਰ ਅੰਦਰ ਦੀ ਅਰਦਾਸ ਬੇਨਤੀ ਵਾਰ-ਵਾਰ ਤਿਨਾਂ ਨੇ ਕੀਤੀ ਹੈ। ਤੁਮ ਤੇ ਨਹਿ ਕੋ ਅਪਰ ਵਿਸਾਲ। ਤੁਹਾਡੇ ਨਾਲੋਂ ਕੋਈ ਹੋਰ ਦੂਸਰਾ ਵੱਡਾ ਨਹੀਂ ਹੈ ਜਗਤ ਦੇ ਅੰਦਰ, ਅਪਰ ਵਿਸਾਲ ਕੋਈ ਹੋਰ ਵੱਡਾ ਨਹੀਂ ਹੈ। ਬਾਰ ਬਾਰ ਕਹਿ ਸਿਰ ਤਰ ਧਰਨੀ। ਇਸ ਪ੍ਰਕਾਰ ਸੰਗਤ ਜੀ ਵਾਰ-ਵਾਰ ਆਪਣੇ ਮੱਥੇ ਨੂੰ ਸਤਿਗੁਰੂ ਮਹਾਰਾਜ ਜੀਆਂ ਦਾ ਨਾਮ ਲੈ ਕਰਕੇ
ਵਿਆਸਾ ਦਰਿਆ ਦੇ ਕਿਨਾਰੇ ਤੇ ਖਲੋ ਕੇ ਰੇਤੇ ਵਿੱਚ ਰਗੜ ਰਗੜ ਕੇ ਅਰਦਾਸ ਬੇਨਤੀ ਕਰਨੀ ਕੀਤੀ, ਵੱਡਿਆਂ ਗੁਰਾਂ ਦਾ ਨਾਮ ਲੈ ਕਰਕੇ ਬਾਰ-ਬਾਰ ਕਹਿ ਸਿਰ ਧਰ ਧਰਨੀ, ਵਾਰ-ਵਾਰ ਆਪਣੇ ਸੀਸ ਨੂੰ, ਆਪਣੇ ਮੱਥੇ ਨੂੰ ਵਾਰ-ਵਾਰ ਰੇਤੇ ਦੇ ਅੰਦਰ ਗੁਰਾਂ ਦਾ ਨਾਮ ਲੈ ਕਰਕੇ ਰਗੜਿਆ ਹੈ। ਸੰਗਤ ਜੀ, ਕਿਉਂਕਿ ਕੁਦਰਤੀ ਹੈ ਜਿਹੜੀ ਕੋਈ ਬੇਨਤੀ ਜਿਹਨ ਅੰਦਰ ਆ ਜਾਏ। ਕਈ ਵਾਰ ਅਰਦਾਸ ਹੁੰਦੀ ਹੈ ਭਾਈ, ਚਲੋ ਕਿਸੇ ਨੂੰ ਗੋਡਿਆਂ ਦੀ ਪ੍ਰੋਬਲਮ ਜਾਂ ਕਿਸੇ ਨੂੰ ਕੋਈ ਲੱਕ ਦੀ ਹੁੰਦੀ ਹੈ, ਪਰ ਹੁਣ ਤਾਂ ਇੱਕ ਨਾ ਜਿਵੇਂ ਕਈ ਵਾਰੀ ਟ੍ਰੈਂਡ ਜਿਹਾ ਬਣ ਗਿਆ, ਅਰਦਾਸ ਬੇਨਤੀ ਹੋਵੇ ਤੇ ਧਰਤੀ ਨੂੰ ਬਸ ਕੱਲਾ ਹੱਥ ਜਿਹਾ ਲਾ ਕੇ ਖਲੋ ਜਾਣਾ। ਗੁਰਮੁਖੋ, ਅਰਦਾਸ ਬੇਨਤੀ ਜੋਦੜੀ ਵਿੱਚ ਹਾਜ਼ਰ ਹੋਈਏ। ਸਤਿਗੁਰੂ ਮਹਾਰਾਜ ਸਰੀਰ ਦੀ ਮੁਦਰਾ ਦਾ ਵੀ ਜ਼ਿਕਰ ਕਰਦੇ ਹਨ, ਦੋਏ ਕਰ ਜੋਰ ਕਰੋ ਅਰਦਾਸ। ਮਹਾਰਾਜ ਜੀਆਂ ਨੇ ਸਰੀਰ ਦੀ ਮੁਦਰਾ ਦਾ ਵੀ ਭਾਈ ਉੱਥੇ ਜ਼ਿਕਰ ਕੀਤਾ, ਦੋਵੇਂ ਹੱਥ ਜੋੜ ਕਰਕੇ ਮਹਾਰਾਜ ਜੀਆਂ ਦੇ ਚਰਨ ਕਮਲਾਂ ਅੰਦਰ ਅਰਦਾਸ ਬੇਨਤੀ ਜੋਦੜੀ ਕੀਤੀ ਜਾਏ। ਪਾਤਸ਼ਾਹ ਜੀਆਂ ਦੇ ਚਰਨੀ ਸੀਸ ਲਾਇਆ ਜਾਏ। ਮੱਥਾ ਟੇਕਦਿਆਂ ਮੱਥਾ ਮਸਤਕ ਸਾਧ ਸੰਗਤ ਜਿਉ, ਜਿੱਥੇ ਸੰਗਤ ਦੇ ਕੋਈ ਬਖਸ਼ੀਆਂ ਹੋਈਆਂ ਰੂਹਾਂ ਦੀ ਚਰਨ ਧੂੜ ਪਈ ਹੋਵੇ ਉਸ ਥਾਂ ਤੇ ਮਸਤਕ ਛੂਏ ਔਰ ਸਾਧ ਸੰਗਤ ਜੀ ਪੁੱਠੇ ਲੇਖ ਵੀ ਸਿੱਧੇ ਹੋ ਜਾਂਦੇ ਹਨ। ਇਤਿਹਾਸ ਦੇ ਵਿੱਚੋਂ ਆਪਾਂ ਪੜ੍ਹਨਿਆ ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਵਾਲੇ, ਤਿਨਾਂ ਨੇ ਜਦੋਂ ਮੱਥਾ ਟੇਕਣਾ ਦਰਬਾਰ ਸਾਹਿਬ ਪਰਿਕਰਮਾ ਦੇ ਅੰਦਰ, ਸਾਧ ਸੰਗਤ ਜੀ ਵੱਡੇ ਜਿਵੇਂ ਕੋਈ ਸਿੱਕਾ ਹੋਵੇ, ਸਿੱਕੇ ਦੇ ਨਿਸ਼ਾਨ ਵੱਧ ਤਿਨਾਂ ਦੇ ਮਸਤਕ ਦੇ ਉੱਪਰ ਚਟਾਕ ਪੈ ਜਾਂਦਾ ਸੀ, ਨਿਸ਼ਾਨੀ ਬਣ ਜਾਂਦੀ ਸੀ। ਇਸ ਪ੍ਰਕਾਰ ਤਿਨਾਂ ਨੇ ਮੱਥਾ ਟੇਕਣਾ, ਗੁਰਦੇਵ ਜੀ ਨੂੰ ਨਮਸਕਾਰ ਕਰਨੀ, ਜਿਵੇਂ ਕੋਈ ਸੋਨੇ ਆਪਣਾ ਨਿਸ਼ਾਨ ਹੋਵੇ ਸਿੱਕੇ ਦਾ, ਇਸ ਪ੍ਰਕਾਰ ਨਿਸ਼ਾਨੀ ਬਣ ਜਾਣੀ। ਸੋ ਇਹ ਬਾਹਰ ਦੀ ਮੁਦਰਾ, ਠੀਕ ਬਾਹਰ ਦੀ ਮੁਦਰਾ ਦੇ ਨਾਲ ਭਾਈ ਸਰੀਰ ਝੁਕੇ, ਤਨ ਝੁਕੇ ਤੇ ਮਨ ਨੂੰ ਝੁਕਣ ਦੀ ਜਾਚ ਆਏ। ਜੇ ਪਹਿਲਾ ਤਨ ਹੀ ਨਹੀਂ ਝੁਕਿਆ ਤੇ ਮਨ ਦਾ ਝੁਕਣਾ ਤਾਂ ਭਾਈ ਅਜੇ ਦੂਰ ਖਲੋਤਾ ਹੈ। ਸਰੀਰ ਦੀ ਮੁਦਰਾ ਵੀ ਭਾਈ ਜ਼ਰੂਰੀ ਹੈ। ਸੋ ਸੰਗਤ ਜੀ ਦੀ ਜਦੋਂ ਅਰਦਾਸ ਬੇਨਤੀ ਜੋਦੜੀ ਹੋਵੇ ਜਾਂ ਮਹਾਰਾਜ ਜੀਆਂ ਦੇ ਚਰਨ ਕਮਲਾਂ ਦੇ ਅੰਦਰ ਕਈ ਵਾਰ ਵੇਖੀਦਾ ਹੈ, ਜਾਂ ਆਪ ਵੀ ਆਪਣੇ ਆਪ ਨੂੰ ਸਮਝਾਉਣ ਵਾਸਤੇ ਸੰਗਤ ਜੀ, ਕੇਵਲ ਹੋਰ ਨੂੰ ਨਹੀਂ, ਕੇਵਲ ਇੱਕ ਇਸ਼ਾਰਾ ਜਿਹਾ ਕਰ ਦਿੱਤਾ ਨਹੀਂ ਭਾਈ, ਕੋਸ਼ਿਸ਼ ਹੋਵੇ ਮਹਾਰਾਜ ਜੀਆਂ ਦੇ ਚਰਨ ਕਮਲਾਂ ਤੇ ਸੰਗਤ ਦੇ ਭਾਈ ਚਰਨ ਧੂੜ ਮਸਤਕ ਤੇ ਲੱਗ ਜਾਏ, ਜਿਹੜੇ ਆ ਪੁੱਠੇ ਲੇਖ ਹਨ ਭਾਈ ਇਹ ਵੀ ਸਿੱਧੇ ਹੋ ਜਾਣ। ਸੋ ਇਸ ਪ੍ਰਕਾਰ ਬਾਬਾ ਧੀਰ ਮੱਲ ਜਿਵੇਂ ਇੱਥੇ ਬਾਰ-ਬਾਰ ਕਹਿ ਸਿਰ ਧਰ ਧਰਨੀ, ਧਰਤੀ ਉੱਪਰ ਵਾਰ-ਵਾਰ ਮਸਤਕ ਨੂੰ ਰਗੜ ਰਹੇ ਹਨ। ਪਰਿਓ ਪ੍ਰੇਮ ਕਰ ਸਤਿਗੁਰ ਸ਼ਰਨੀ, ਸਤਿਗੁਰੂ ਜੀਆਂ ਦੇ ਪ੍ਰੇਮ ਅੰਦਰ ਭਿੱਜ ਕਰਕੇ ਅਰਦਾਸ ਬੇਨਤੀ ਕੀਤੀ। ਇਮ ਕਹਿ ਬਚਨਰ ਮੁਝ ਟਿਗ ਭੇਜਾ, ਮਹਾਰਾਜ ਜੇ ਤੁਸਾਂ ਨੇ ਮੇਰੇ ਕੋਲ ਆਪਣੇ ਸੇਵਕ ਨੂੰ ਭੇਜਿਆ ਸੀ, ਆਏ ਧੀਰ ਮਲ ਗ੍ਰੰਥ ਸੋ ਲੈ ਜਾ, ਕੀ ਕਿਹਾ ਸੀ? ਧੀਰ ਮਲ ਗ੍ਰੰਥ ਤੂੰ ਪ੍ਰਾਪਤ ਕਰਨਾ ਕਰ, ਸੋ ਬਜ ਪੂਰਨ ਕੀ ਜਹ ਅਬੈ। ਹੁਣ ਸਤਿਗੁਰੂ ਜੀ ਕਿਰਪਾਲਤਾ ਕਰੋ, ਹੁਣ ਉਹ ਮੁਬਾਰਕ ਬਚਨ ਪੂਰੇ ਹੋ ਜਾਵਣ, ਜਿਸ ਤੇ ਬਿਦਤ ਹੋਏ ਜਗ ਸਬੈ। ਸਾਰੇ ਜਗਤ ਦੇ ਅੰਦਰ ਮਹਾਰਾਜ ਜੀਓ ਕੇ ਪਾਵਨ ਸਵਰੂਪ ਬਿਦਤ ਹੋ ਜਾਵਣ। ਨਮੋ ਕਰਤ ਇਮ ਬਾਕ ਉਚਾਰੇ, ਇਸ ਪ੍ਰਕਾਰ ਨਮਸਕਾਰ ਕਰਦਿਆਂ ਬਚਨ ਅਜੇ ਕਹਿ ਹੀ ਰਹੇ ਸਨ। ਬੰਧਨ ਕਰਤ ਭਏ ਸਿਖ ਸਾਰੇ, ਅਰਦਾਸ ਕਰਦਿਆਂ ਕੁਝ ਸੇਵਕ ਨਾਲ ਹੋਰ ਵੀ ਇਹਦੇ ਸੇਵਕ ਖਲੋਤੇ ਸਨ। ਪੁਨ ਪ੍ਰਵਸ਼ਾਏ ਨਰ ਬਚ ਨਰ ਬਿਚ ਨੀਰ, ਔਰ ਉਪਰੰਤ ਫਿਰ ਜਿਹੜੇ ਕੋਈ ਭਾਈ ਤਾਰੂ ਸਨ, ਟੁੱਬੀ ਲਾਉਣ ਵਾਲੇ, ਉਹ ਪਾਣੀ ਦੇ ਅੰਦਰ ਵੜੇ ਹਨ। ਖਰੋ ਧੀਰ ਮਲ ਸਰਤਾ ਤੀਰ, ਧੀਰ ਮਲ ਨਦੀ ਦੇ ਕਿਨਾਰੇ ਉਸੇ ਥਾਂ ਖਲੋ ਗਿਆ, ਕਿਨਾਰੇ ਉੱਪਰ। ਟੁਬਕੀ ਮਾਰ ਹਾਥ ਜਬ ਫੇਰਾ, ਉਹਨਾਂ ਨੇ ਟੁੱਬੀ ਮਾਰ ਕਰਕੇ ਜਦੋਂ ਵਿੱਚ ਤੱਕਣਾ ਕੀਤਾ, ਪਾਣੀ ਵਿੱਚ ਲੱਭਣਾ ਕੀਤਾ। ਇਤ ਉਤ ਸਿਕਤਾ ਗਨ ਕੋ ਪ੍ਰੇਰਾ, ਔਰ ਇਧਰ ਉਧਰ ਕਰਦਿਆਂ ਜਦੋਂ ਰੇਤ ਸੀ, ਰੇਤ ਨੂੰ ਉਰਾਂ ਪਰਾਂ ਨੂੰ ਹਟਾਇਆ ਹੈ ਉੱਪਰੋਂ। ਤਬ ਹੈ ਪੰਗੂਰੇ ਕੋ ਬੜ ਪਾਵਾ, ਔਰ ਫਿਰ ਪੰਗੂੜੇ ਦੇ ਵੱਡੇ ਪਾਵੇ ਨੂੰ ਸੰਗਤ ਜੀ ਲਗਿਓ ਹਾਥ ਜਾਣਿਓ ਤਬ ਪਾਵਾ। ਔਰ ਇਉਂ ਜਾਪਿਆ, ਔਰ ਜਿਵੇਂ ਪੰਗੂੜੇ ਦੇ ਵੱਡੇ ਪਾਵੇ ਨੂੰ ਹੱਥ ਪੈ ਗਿਆ ਹੋਵੇ ਧਿਆਨ ਸਹਿਤ, ਇਸ ਪ੍ਰਕਾਰ ਉਹ ਸ਼ਖਸ ਗੁਰੂ ਕਾ ਸਿੱਖ ਸੰਗਤ ਜੀ ਪਾਵਨ ਸਾਹਿਬ ਜੀਆਂ ਦੇ ਸਵਾਰਿਆਂ ਨੂੰ ਢੂੰਡ ਰਿਹਾ ਹੈ। ਨਿਕਸਿਓ ਜਲ ਤੇ ਵਹਿਰ ਬਤਾਇਓ, ਔਰ ਕਹਿੰਦੇ ਪਾਣੀ ਤੋਂ ਬਾਹਰ ਨਿਕਲ ਕਰਕੇ ਗੋਤਾ ਮਾਰ ਕੇ ਹੇਠਾਂ ਗਿਆ, ਪਾਣੀ ਤੋਂ ਬਾਹਰ ਨਿਕਲ ਕੇ ਇੱਕੋ ਦਮ ਕਹਿਣ ਲੱਗੇ ਹਨ, ਚਿੰਤਾ ਤਜਹੋ ਗ੍ਰੰਥ ਜੀ ਪਾਇਓ। ਔਰ ਖੁਸ਼ੀ ਵਿੱਚ ਹੀ ਮਾਨੋ ਕਹਿਣ ਲੱਗਾ, ਕਹਿੰਦੇ ਸੰਗਤ ਜੀ ਜਾਂ ਬਾਹਰ ਆਵਾਜ਼ ਦੇ ਕੇ ਬਾਬਾ ਧੀਰ ਮੱਲ ਨੂੰ, ਤੁਸੀਂ ਚਿੰਤਾ ਛੱਡੋ, ਸਾਹਿਬ ਜੀਆਂ ਦੇ ਸਵਰੂਪ
ਪ੍ਰਾਪਤ ਹੋ ਗਏ ਹਨ। ਊਪਰ ਸਿਕਤਾ ਕੇਤਿਕ ਪਰਿਓ। ਔਰ ਕਹਿੰਦੇ ਦਰਿਆ ਦੀ ਜਿਹੜੀ ਰੇਤ ਬਰੇਤੀ ਹੈ ਉੱਪਰ ਆ ਗਈ ਹੈ ਪੰਘੂੜਾ ਸਾਹਿਬ ਤੇ। ਇਸ ਪ੍ਰਕਾਰ ਉੱਪਰ ਸਿਕਤਾ ਕੇਤਕ ਪਰਿਓ, ਕੁਝ ਰੇਤ ਉੱਪਰ ਆਈ ਹੈ ਜਿਸਨੇ ਸਕਲ ਅਛਾਦਨ ਕਰਿਓ। ਜਿਸ ਕਾਰਨ ਨੇ ਪਾਵਨ ਸਵਾਰੇ ਉੱਪਰੋਂ ਢੱਕੇ ਗਏ ਸਨ। ਸੁਨ ਹਰਖੇ ਦੀਰਘ ਤਿਸ ਕਾਲ। ਉਸੇ ਵਕਤ ਤੇ ਸੁਣ ਕਰਕੇ, ਕਿਉਂਕਿ ਕਈ ਰੋਜ਼ ਹੋ ਗਏ ਹਨ ਢੂੰਡ ਰਿਆਂ, ਪ੍ਰਾਪਤੀ ਨਹੀਂ ਹੋਈ। ਇਤਨੇ ਬਚਨ ਸੁਣਦਿਆਂ ਸਾਰ, ਉਸ ਮਨੁੱਖ ਦੀ ਗੱਲ ਨੂੰ ਸੁਣਦਿਆਂ ਸਾਰ ਨਾਲ ਦੇ ਬੜੇ ਹੀ ਪ੍ਰਸੰਨ ਹੋਏ ਹਨ। ਤਹ ਕੋ ਪਹੁੰਚੇ ਮਾਨਵ ਜਾਲ। ਉਸੇ ਵਕਤ ਹੀ ਉਹ ਜਾਲ ਲੈ ਕਰਕੇ ਉਸੇ ਥਾਂ ਤੇ ਸਾਰੇ ਪਹੁੰਚ ਗਏ। ਟੁਬਕੀ ਮਾਰਦ ਸਿਕਤਾ ਟਾਰੈ। ਔਰ ਇਸ ਪ੍ਰਕਾਰ ਟੁੱਬੀ ਮਾਰ ਕਰਕੇ ਹੇਠਾਂ ਜਲ ਵਿੱਚ ਜਾ ਕਰਕੇ ਤੇ ਸਿਕਤਾ ਟਾਰਾਂ ਰੇਤੇ ਨੂੰ ਹੱਥਾਂ ਨਾਲ ਹੀ ਬੁੱਕ ਬਣਾ ਕਰਕੇ ਹੱਥਾਂ ਨਾਲ ਹੀ ਬਾਹਰ ਖਿੱਚਣ ਲੱਗੇ। ਗਹਿ ਪੰਗੂਰਾ ਉਰਦ ਉਠਾਰੈ। ਰੇਤੇ ਨੂੰ ਜਦੋਂ ਪਾਸੇ ਕੀਤਾ ਸਤਕਾਰ ਸਹਿਤ, ਫਿਰ ਪੰਘੂੜਾ ਸਾਹਿਬ ਨੂੰ ਉੱਪਰ ਨੂੰ ਚੁੱਕਣਾ ਕੀਤਾ ਹੈ। ਮਾਨਵ ਚਾਰ ਲਗੇ ਚਹੁ ਔਰੇ। ਚਾਰੇ ਪਾਸਿਆਂ ਤੇ ਚਾਰੇ ਪਾਵਿਆਂ ਤੇ ਮਾਨਵ ਚਾਰ ਲੱਗੇ, ਚਹੁ ਔਰੇ ਚਾਰ ਮਨੁੱਖ ਚਾਰੇ ਪਾਵਿਆਂ ਤੇ ਲੱਗੇ ਹਨ। ਕਹਿ ਕਰ ਮਹਿ ਕੀਨਸ ਬੜ ਜੋਰੇ। ਔਰ ਇਸ ਪ੍ਰਕਾਰ ਉੱਪਰ ਜੋਰ ਸਹਿਤ, ਕਿਉਂਕਿ ਰੇਤ ਸੀ, ਗਹਿ ਕਰ ਮੈਂ ਕੀਨਸ ਵੱਡ ਜੋਰੇ, ਜੋਰ ਦੇ ਨਾਲ ਊਪਰ ਕੋ ਨਿਕਾਸ ਲੈ ਇਸ ਆਏ। ਪ੍ਰਕਾਰ ਉੱਪਰ ਨੂੰ ਉਹ ਲੈ ਆਏ ਹਨ। ਦੇਖਤ ਭਏ ਮੁਦਤ ਸਮੁਦਾਏ। ਸਾਰੇ ਵੇਖ ਕਰਕੇ ਪ੍ਰਸੰਨ ਹੋਏ ਹਨ। ਆਨ ਤੀਰ ਪਰ ਜਬ ਹੈ ਟਿਕਾਵਾ। ਔਰ ਫਿਰ ਉਹ ਕਿਨਾਰੇ ਦੇ ਉੱਪਰ ਜਦੋਂ ਆਣ ਕੇ ਟਿਕਾਉਣੇ ਕੀਤੇ ਮਹਾਰਾਜ ਜੀ ਦੇ ਸਵਰੂਪ, ਸਭਨ ਪਹੁੰਚ ਤਹ ਸੀਸ ਨਿਵਾਵਾ। ਸਭਨਾਂ ਨੇ ਪਹੁੰਚ ਕਰਕੇ ਸਾਹਿਬ ਜੀਆਂ ਨੂੰ ਨਮਸਕਾਰ ਕੀਤੀ। ਸਤਿਗੁਰੂ ਮਹਾਰਾਜ ਜੀਆਂ ਦੇ ਸਵਰੂਪਾਂ ਨੂੰ, ਬਾਣੀ ਨੂੰ ਨਮਸਕਾਰ ਕਰਨਾ ਕੀਤੀ। ਨਿਚਰਤ ਨੀਰ ਧੀਰ ਮਲ ਹੇਰਤ। ਬਾਬਾ ਧੀਰਮਲ ਨੇ ਜਿਸ ਵਕਤ ਦੇਖਿਆ ਕਿ ਪਾਣੀ ਵਿੱਚੋਂ, ਰੇਤ ਦੇ ਵਿੱਚੋਂ, ਬਰੇਤੀ ਵਿੱਚੋਂ ਪਾਣੀ ਨੁਚੜ ਰਿਹਾ ਸੀ, ਹਾਥਨ ਸਿਕਤਾ ਪ੍ਰੇਰਤ ਗੇਰਤ। ਔਰ ਹੱਥਾਂ ਦੇ ਨਾਲ ਕੋ ਜਿਹੜੀ ਰੇਤ ਸੀ ਉਹਨੂੰ ਪਾਸੇ ਕਰਨ ਲੱਗੇ। ਊਪਰ ਤਿਸਕੇ ਪੰਜ ਰੁਮਾਲ। ਮਹਾਰਾਜ ਜੀਆਂ ਦੇ ਪਾਵਨ ਸਵਾਰਿਆਂ ਨੂੰ 5 ਰੁਮਾਲ ਸਾਹਿਬ ਜੀਆਂ ਦੇ ਨਾਲ, ਦੋਏ ਰੇਸ਼ਮੀ ਸੁੰਦਰ ਲਾਲ। ਔਰ 2 ਰੇਸ਼ਮੀ ਸੁੰਦਰ ਲਾਲ ਜਿਹੜੇ ਬਸਤਰ ਸਾਧ ਸੰਗਤ ਇਸ ਪ੍ਰਕਾਰ ਪਾਵਨ ਪਵਿੱਤਰ ਸਵਾਰਿਆਂ ਨੂੰ ਢਕਿਆ ਗਿਆ ਸੀ। ਤੀਨ ਰੁਮਾਲ ਤੂਲ ਕੇ ਹੁਤੇ। ਔਰ ਇਸ ਪ੍ਰਕਾਰ 3 ਜਿਹੜੇ ਸਾਧ ਸੰਗਤ ਜੀ ਜਿਹੜੇ ਰੁਮਾਲ ਸਨ ਰੂਈ ਦੇ, 3 ਰੁਮਾਲ ਤੂਲ ਕੇ ਹੁਤੇ, ਹੋਰ ਵੀ ਨਾਲ ਪਾਵਨ ਪਵਿੱਤਰ ਸਤਿਗੁਰੂ ਮਹਾਰਾਜ ਜੀਆਂ ਦੇ ਪਾਵਨ ਸਵਾਰਿਆਂ ਤੇ ਰੁਮਾਲ ਸਨ। ਖੋਲਨ ਕਰੇ ਆਪ ਕਰ ਤਿਤੇ। ਔਰ ਇਸ ਪ੍ਰਕਾਰ ਆਪਣੇ ਹੱਥੀ ਉਹਨਾਂ ਨੂੰ ਖੋਲਣਾ ਕੀਤਾ, ਦਰਸ਼ਨ ਕਰਨਾ ਕੀਤੇ। ਨਿਕਸਿਓ ਗ੍ਰੰਥ ਬਿਲੋਕਿਓ ਤਬੈ। ਔਰ ਕਹਿੰਦੇ ਜਦੋਂ ਅੱਖਾਂ ਸਹਿਤ ਦੀਦਾਰ ਧਿਆਨ ਨਾਲ ਆਪਣੇ ਨੇਤਰਾਂ ਦੇ ਨਾਲ ਦੀਦਾਰ ਕੀਤੇ ਮਹਾਰਾਜ ਜੀਆਂ ਦੇ ਪਾਵਨ ਸਵਾਰਿਆਂ ਦੇ, ਚਿੱਤ ਵਿੱਚ ਅਜਿਹਾ ਸੀ ਕਿ ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਸਵਾਰੇ ਪਾਣੀ ਦੇ ਨਾਲ ਅੰਦਰੋਂ ਅੰਗ ਭਿੱਜ ਗਏ ਹੋਵਣਗੇ। ਊਪਰ ਜਲ ਸੋ ਭੀਜਿਓ ਤਬੈ। ਹਾਂ, ਉੱਪਰੋਂ ਜਿਹੜੇ ਰੁਮਾਲ ਸਾਹਿਬ ਸਨ ਕਹਿੰਦੇ ਉਹ ਤਾਂ ਭਿੱਜੇ ਹੋਏ ਸਨ। ਸ਼ੁਸ਼ਕ ਬਸਤਰ ਤਬ ਤਰੇ ਬਿਛਾਏ। ਔਰ ਇਹਨਾਂ ਨੇ ਹੋਰ ਸੁੱਕੇ ਬਸਤਰ ਲੈ ਕਰਕੇ ਹੇਠਾਂ ਵਿਛਾਏ ਹਨ, ਆਤਪ ਨੀਕੀ ਰੀਤ ਲਗਾਏ। ਤਾਂ ਜੋ ਮੈਂ ਚੰਗੀ ਤਰ੍ਹਾਂ ਕਹਿੰਦੇ ਸਥਾਨ ਤੇ ਹੁਣ ਦੀਦਾਰ ਕਰਕੇ ਇੱਥੇ ਧੁੱਪ ਲਵਾਈ ਜਾਵੇ। ਖੋਲ ਬਿਲੋਕਿਓ ਸਭ ਬਿਸਮਾਏ। ਔਰ ਖੋਲ ਕਰਕੇ ਜਦੋਂ ਮਹਾਰਾਜ ਜੀਆਂ ਦੇ ਪਾਵਨ ਸਵਾਰੇ ਪ੍ਰਕਾਸ਼ ਕੀਤੇ, ਤੱਕਣਾ ਕੀਤੇ, ਵੇਖਣਾ ਕੀਤੇ, ਊਪਰ ਤੇ ਭਿੱਗਿਓ ਸਭ ਥਾਏ। ਕਹਿੰਦੇ ਉੱਪਰੋਂ ਤਾਂ ਮਹਾਰਾਜ ਜੀ ਪਾਵਨ ਸਵਾਰਿਆਂ ਦੀ ਜਿਲਤ ਤਾਂ ਭਿੱਜੇ ਹੋਏ ਸਨ। ਜਹ ਲਗ ਅੱਖਰ ਹੈ ਵਿੱਚ ਲਿਖੇ। ਔਰ ਜਿੱਥੋਂ ਤੱਕ ਹੇਠਾਂ ਨਾਲ ਅੱਖਰ ਲਿਖੇ ਹੋਏ ਸਨ, ਪਹੁੰਚਿਓ ਨੀਰ ਨ ਤਿਨ ਕੇ ਬਿਖੇ। ਪਰੰਤੂ ਉੱਥੇ ਸੁੱਕੇ ਸਨ, ਪਾਣੀ ਉੱਥੋਂ ਤੱਕ ਨਹੀਂ ਸੀ ਪਹੁੰਚਿਆ। ਸਕਲ ਸ਼ੁਸ਼ਕ ਜਿਉ ਕੇ ਉਤਿਓ ਅਹੇ। ਕਹਿੰਦੇ ਜਿਸ ਪ੍ਰਕਾਰ ਵੇਖਣਾ ਕੀਤੇ, ਦੀਦਾਰ ਕੀਤੇ ਸਾਰੇ ਅੰਗਾਂ ਨੂੰ, ਉਸ ਵਕਤ ਖਲੋ ਕੇ ਬਾਬਾ ਧੀਰਮਲ ਨੇ ਕਹਿੰਦੇ ਅੰਗ ਉਸੇ ਪ੍ਰਕਾਰ ਹੀ ਹਨ। ਦੇਖਤ ਹਿਰਦੇ ਅਚੰਭਾ ਲਹੇ। ਸਾਰਿਆਂ ਨੇ ਭਾਈ ਇਸ ਬਾਤ ਨੂੰ ਬੜਾ, ਸਾਰਿਆਂ ਨੇ ਹਿਰਦੇ ਅੰਦਰ ਅਚੰਭਾ, ਗੁਰੂ ਦੀ ਕਿਰਪਾ ਹੀ ਮੰਨਿਆ। ਜਬ ਕੋ ਧਰਿਓ ਦਿਵਸ ਤਬ ਗਿਨੇ। ਔਰ ਕਹਿੰਦੇ ਪੋਟਿਆਂ ਤੇ ਖਲੋ ਕੇ ਉੱਥੇ ਹੀ ਉਹ ਉਂਗਲਾਂ ਦੇ ਨਾਲ ਪੋਟਿਆਂ ਤੇ ਦਿਨ ਗਿਣਨ ਲੱਗੇ, ਬਈ ਕਿੰਨੇ ਦਿਨ ਹੋ ਗਏ ਹਨ ਅੱਜ।
ਵਿੱਚੋਂ ਇੱਕ ਨੇ ਹਿਸਾਬ ਲਾ ਕੇ ਦੱਸਿਆ, ਤ੍ਰੋਦਸ ਬੀਤੇ ਤਿਸ ਨਰ ਭਨੇ। ਕਹਿੰਦੇ ਜੀ 13 ਦਿਨ ਦੇ ਕਰੀਬ ਅੱਜ ਹੋ ਗਏ, 13ਵਾਂ ਦਿਨ ਪਿਆ ਚੱਲਦਾ ਹੈ। ਸਤਿਗੁਰ ਦੇ ਕਰ ਹਾਥ ਬਚਾਇਓ। ਮਹਾਰਾਜ ਜੀਆਂ ਦੀ ਭਾਈ ਇਹ ਗੁਰੂ ਦੀ ਕਿਰਪਾ, ਸਤਿਗੁਰੂ ਮਹਾਰਾਜ ਜੀਆਂ ਨੇ ਆਪ ਹੱਥ ਦੇ ਕਰਕੇ ਰੱਖਣਾ ਕੀਤਾ ਹੈ, ਨੀਰ ਬਰਨ ਪਰ ਛੁਹਣ ਨਾ ਪਾਇਓ। ਤਾਂ ਜੋ ਜਿਹੜਾ ਨੀਰ ਬਰਨ ਮਹਾਰਾਜ ਜੀਆਂ ਦੇ ਪਾਵਨ ਅੰਗਾਂ ਨੂੰ ਕਿਸੇ ਪ੍ਰਕਾਰ ਦਾ ਨਾਲ ਕੋਈ ਨੁਕਸਾਨ ਨਹੀਂ ਹੋਇਆ। ਵੱਡ ਉਤਸਾਹ ਕਰਤ ਲੈ ਚਾਲੇ। ਔਰ ਫਿਰ ਵੱਡੇ ਉਤਸ਼ਾਹ ਦੇ ਨਾਲ ਕਰਤਾਰਪੁਰ ਨੂੰ ਲੈ ਕਰ ਕਿਉਣ ਵਾਸਤੇ ਚਾਲਾਂ ਪਾਉਣ ਲੱਗੇ ਹਨ। ਬਾਦਿਤ ਕੋ ਬਜਵਾਏ ਬਿਸਾਲੇ। ਔਰ ਬਾਦਤ ਕਹੀਏ ਫਿਰ ਢੋਲ ਨਗਾਰੇ, ਇਸ ਪ੍ਰਕਾਰ ਉੱਚੀ ਆਵਾਜ਼ ਉੱਠੀ ਹੈ। ਚੋਰ ਟੁਰਤ ਚਾਰੋਂ ਦਿਸ਼ ਸੋਏ। ਔਰ ਸੁੰਦਰ ਚੌਰ ਸਾਹਿਬ ਕਰਦਿਆਂ ਹੋਇਆਂ ਸੰਖ ਬਜਾਏ ਸ਼ਬਦ ਵੱਡ ਹੋਏ। ਔਰ ਉੱਚੀ ਆਵਾਜ਼, ਸ਼ੰਖ ਦੀ ਉੱਚੀ ਆਵਾਜ਼ ਦੇ ਨਾਲ ਚਾਲਾ ਮਾਰਿਆ। ਅੰਜਲ ਪੁਸ਼ਪਨ ਕੇ ਬਰਖਾਵੇ। ਬੁੱਕ ਭਰ ਭਰ ਕੇ ਫੁੱਲਾਂ ਦੇ ਮਹਾਰਾਜ ਜੀਆਂ ਦੇ ਪਾਵਨ ਸਵਰੂਪਾਂ ਤੋਂ ਇਸ ਪ੍ਰਕਾਰ ਕਹਿੰਦੇ ਬਰਖਾ ਹੋਵਣੇ ਲੱਗੀ। ਗੁੰਦਤ ਗਨ ਮਾਲਾ ਲਰਕਾਵੇ। ਔਰ ਸੋਹਣੀਆਂ ਜਿਹੜੀਆਂ ਮਾਲਾਵਾਂ ਇਸ ਪ੍ਰਕਾਰ ਲਟਕਾਈਆਂ ਗਈਆਂ। ਧੂਪ ਤੁਖਾਵਤ ਚਲਤ ਅਗਾਰੀ। ਧੂਪ ਵਾਤਾਵਰਨ ਸੁਗੰਧੀ ਦੇ ਵਾਸਤੇ ਧੂਪ ਵੀ ਅੱਗੇ ਨਾਲ ਤੁਖਾਈ ਗਈ। ਭਇਓ ਆਨੰਦ ਸਭਨ ਮਹਿ ਭਾਰੀ। ਸਾਰਿਆਂ ਵਿੱਚ ਭਾਈ ਵੱਡਾ ਆਨੰਦ ਸਾਰਿਆਂ ਨੂੰ ਪ੍ਰਾਪਤ ਹੋਇਆ। ਸ੍ਰੀ ਕਰਤਾਰਪੁਰੇ ਨਰ ਸਾਰੇ। ਕਰਤਾਰਪੁਰ ਦੇ ਜਿਹੜੇ ਨਿਵਾਸੀ ਸੰਸਾਦ ਸੰਗਤ ਜੀਓ, ਹਿਤ ਆਦਰ ਹੋਏ ਮਿਲੇ ਅਗਾਰੇ। ਔਰ ਸਤਕਾਰ ਕਰਨੇ ਵਸ ਨਗਰ ਦੀ ਜੂ ਤੋਂ ਬਾਹਰ ਆਏ ਕਿ ਮਹਾਰਾਜ ਜੀਆਂ ਦੇ ਸਵਾਰੇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਸਵਾਰੇ ਆ ਰਹੇ ਹਨ। ਸਤਕਾਰ ਕਰਨੇ ਹਿਤ ਨਗਰ ਤੋਂ ਬਾਹਰ ਆਏ ਹਨ। ਪੁਰਹਿ ਪ੍ਰਵੇਸ਼ਤ ਭਇਓ ਉਛਾਹੂ। ਔਰ ਨਗਰੀ ਵਿੱਚ ਭਾਈ ਹੋਰ ਵੀ ਵੱਡਾ ਉਤਸ਼ਾਹ ਹੋਇਆ ਹੈ। ਨਮੋ ਕਰਹਿ ਅਚਰਜ ਮਨ ਮਾਹੂ। ਔਰ ਜਿੱਥੋਂ ਜਿੱਥੋਂ ਸਾਹਿਬ ਜੀਆਂ ਦੇ ਸਵਾਰੇ ਲੰਘ ਰਹੇ ਹਨ, ਭਾਈ ਸਾਰੇ ਉਹਨਾਂ ਥਾਵਾਂ ਤੇ ਨਮਸਕਾਰ ਤਿਨਾਂ ਨੇ ਕੀਤੀ। ਸਾਧ ਸੰਗਤ ਜੀ, ਸਤਿਗੁਰੂ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਬਾਣੀ ਦਾ ਜਿਤਨਾ ਵੀ ਸਤਿਕਾਰ ਹੋ ਸਕੇ ਸਾਧ ਸੰਗਤ ਵੱਧ ਤੋਂ ਵੱਧ ਕਰਨਾ ਚਾਹੀਏ। ਕਿਸੇ ਪ੍ਰਕਾਰ ਕੋਈ ਸਾਹਿਬ ਜੀ ਦੇ ਸਤਿਕਾਰ ਦੇ ਅੰਦਰ ਧੰਨ ਗੁਰੂ ਹਰਿ ਰਾਏ ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਇਤਿਹਾਸ ਦੇ ਬੋਲ, ਜਿਨ ਪੈ ਬਾਣੀ ਅਦਬ ਨਾ ਧਾਰਾ, ਜਾਣੋ ਸੋ ਸਿੱਖ ਨਾਹਿ ਹਮਾਰਾ। ਜੋ ਸਿੱਖ ਗੁਰਬਾਣੀ ਭੈ ਕਰੈ, ਬਿਨ ਪ੍ਰਯਾਸ ਭਵ ਸਾਗਰ ਤਰੈ। ਮਹਾਰਾਜ ਜੀਆਂ ਦਾ ਜਿਤਨਾ ਸੰਗਤ ਜੀਓ ਸਤਿਕਾਰ ਹੋ ਸਕੇ ਉਤਨਾ ਥੋੜਾ ਹੈ। ਸੋ ਇਸ ਪ੍ਰਕਾਰ ਕਰਤਾਰਪੁਰ ਦੇ ਨਗਰ ਦੇ ਵਸਨੀਕ ਸਾਰੇ ਬਾਹਰ ਆਏ ਖੁਸ਼ੀ ਦੇ ਅੰਦਰ ਮਹਾਰਾਜ ਜੀਆਂ ਨੂੰ ਬਾਰੰਬਾਰ ਬੰਦਨਾ ਕਰ ਰਹੇ ਹਨ, ਨਮਸਕਾਰਾਂ ਕਰ ਰਹੇ ਹਨ। ਸੁਨ ਸੁਨ ਨਰ ਸਭ ਗ੍ਰੰਥ ਕਹਾਣੀ। ਔਰ ਜਿਸ ਜਿਸ ਨੇ ਭਾਈ ਇਹ ਵਾਰਤਾ ਸੁਣੀ ਹੈ, ਦਿਨ ਤ੍ਰੋਦਸ ਮਹਿ ਛੁਇਓ ਨ ਪਾਨੀ। ਔਰ ਇਹ ਵੀ ਸੁਣਿਆ ਕਿ ਪਾਵਨ ਮਹਾਰਾਜੀਆਂ ਦੇ ਸਵਾਰੇ ਠੀਕ ਹਨ ਅੰਗ, ਭਾਈ ਕਿਸੇ ਪ੍ਰਕਾਰ ਕੋਈ ਨੁਕਸਾਨੇ ਤਾਂ ਨਹੀਂ ਗਏ? ਕਹਿੰਦੇ ਨਹੀਂ ਭਾਈ ਠੀਕ ਹਨ। ਉੱਤਮ ਸਦਨ ਵਿਖੇ ਲੈ ਗਏ। ਔਰ ਇੱਕ ਪ੍ਰਕਾਰ ਦੇ ਨਾਲ ਸੁੰਦਰ ਗ੍ਰਹਿ ਦੇ ਅੰਦਰ ਲੈ ਕਰਕੇ ਗਏ। ਅਤ ਆਨੰਦ ਨਰ ਨਾਰੀ ਭਏ। ਸਾਰੇ ਭਾਈ ਆਨੰਦਿਤ ਹੋਏ ਹਨ। ਜਿਸ ਜਿਸ ਕਿਸ ਨੇ ਵੀ ਸੁਣਿਆ ਸਾਰੇ ਆਨੰਦਿਤ ਹੋਏ। ਦੀਪ ਮਾਲਕਾ ਨਿਸਾ ਮਝਾਰੀ। ਔਰ ਇਸ ਪ੍ਰਕਾਰ ਰਾਤਰੀ ਦੇ ਸਮੇਂ ਦੀਪਮਾਲਕਾ ਹੋਈ ਹੈ। ਗਰੀ ਬਾਜ਼ਾਰਨ ਘਰ ਘਰ ਬਾਰੀ। ਘਰਾਂ ਦੇ ਅੱਗੇ ਕੀ, ਗਲੀਆਂ ਦੇ ਵਿੱਚ ਕੀ, ਦੁਕਾਨਾਂ ਦੇ ਅੱਗੇ ਕੀ, ਇਸ ਪ੍ਰਕਾਰ ਸਾਰੇ ਪਾਸੇ ਦੀਪਮਾਲਾ ਉਸ ਵਕਤ ਗੁਰੂ ਕੀ ਸੰਗਤ ਨੇ ਕੀਤੀ। ਸੁਖ ਸੋ ਸੁਪਤ ਪ੍ਰਾਨ ਪ੍ਰਾਤ ਪੁਨ ਚੀਨ। ਔਰ ਰਾਤਰੀ ਇਸ ਪ੍ਰਕਾਰ ਬਤੀਤ ਹੋਈ ਹੈ। ਸੋਚ ਇਸ਼ਨਾਨ ਸਰਬ ਕੇ ਕੀਨ। ਸਭਨਾਂ ਨੇ ਸੌ ਇਸ਼ਨਾਨ ਕਰਨੇ ਉਪਰੰਤ ਬਖਸ਼ਿਸ਼ ਤੀਰ ਮੱਲ ਬਹੁ ਕਰੀ। ਧੀਰਮਲ ਜੀ ਨੇ ਇਸ ਬਾਤ ਦੀ ਖੁਸ਼ੀ ਦੇ ਅੰਦਰ ਸਾਰਿਆਂ ਦੇ ਅੰਦਰ ਸਾਧ ਸੰਗਤ ਜੀਓ ਲੋੜਵੰਦਾਂ ਦੇ ਅੰਦਰ ਧਨ ਵੰਡਣਾ ਕੀਤਾ। ਬਸਤਰ ਵਿਭੂਖਣ ਤਨ ਤਿਸ ਘਰੀ। ਔਰ ਬਸਤਰ ਵਿਭੂਖਣ ਆਏ ਹੋਏ ਲੋੜਵੰਦਾਂ ਦੀ ਝੋਲੀ ਅੰਦਰ ਕਿਸੇ ਨੂੰ ਪੈਸੇ ਟਕੇ ਆਦ ਜਿਸ ਕਿਸੇ ਮੰਗੇ ਉਹਨਾਂ ਵੰਡਣਾ ਕੀਤੇ। ਕਰ ਪੰਚਾਮ੍ਰਿਤ ਬਹੁ ਵਰਤਾਇਓ। ਔਰ ਫਿਰ ਕੜਾ ਪ੍ਰਸ਼ਾਦ ਤੇ ਹਾਵਲ ਦੇਖ ਕਰਕੇ ਜਿਸ ਪ੍ਰਕਾਰ ਅਰਦਾਸ ਕੀਤੀ ਸੀ ਸਤਿਗੁਰੂ ਜੀਆਂ ਨੂੰ ਧਿਆ ਕੇ ਭਾਈ ਹੁਣ ਉਹ ਸ਼ੁਕਰਾਨਾ ਕਰ ਰਹੇ ਹਨ। ਤ੍ਰਿਪਤ ਹੋਏ ਸਭ ਹੂੰ ਨਰ ਖਾਇਓ। ਭਾਈ ਸਾਰੇ ਤ੍ਰਿਪਤ ਹੋ ਕਰਕੇ ਛਕਿਆ ਹੈ। ਅਪਰ ਕਹਾਂ ਲਗ ਕਰੋ ਬਖਾਨ। ਭਾਈ ਸਾਹਿਬ ਜੀ ਕਹਿਣ ਲੱਗੇ ਸੰਗਤ ਜੀ ਹੋਰ ਇਸ ਪ੍ਰਸੰਗ ਨੂੰ ਭਾਵ ਵਾਰਤਾ ਤਾਂ ਉੱਥੇ ਬਹੁਤ ਹੋਈ, ਪਰ ਆਪਾਂ ਹੋਰ ਇਸ ਪ੍ਰਸੰਗ ਨੂੰ ਇੱਥੇ ਹੀ ਸੰਕੋਚਦੇ ਹਾਂ ਜਾਂ ਕਹਿ ਲਈਏ
ਕਿੱਥੋਂ ਤੱਕ ਇਹ ਪ੍ਰਸੰਗ ਆਪਾਂ ਬਿਆਨ ਕਰੀਏ। ਦਿਨ ਦਿਨ ਪ੍ਰਤ ਉਤਸਾਹ ਮਹਾਨ, ਵੱਡਾ ਦਿਨੋਂ ਦਿਨ ਭਾਈ ਉੱਥੇ ਵੱਡਾ ਉਤਸ਼ਾਹ ਸੰਗਤ ਵਿੱਚ ਹੋਇਆ ਦੀਦਾਰ ਕਰਨੇ ਦਾ। ਕਰਿਓ ਸੁਪੇਦਾ ਕਾਗਦ ਜੋਏ, ਔਰ ਕਹਿੰਦੇ ਥੋੜਾ ਜਿਹਾ ਜਿਸ ਥਾਂ ਤੋਂ ਹਾਸ਼ੀਆ ਜਾਂ ਕਾਗਜ਼ ਜਿੱਥੋਂ ਥੋੜਾ ਗਲਿਆ ਸੀ, ਅਪਰ ਲਗਾਏ ਸੁਧਾਰਿਓ ਸੋਏ। ਔਰ ਸਰਬ ਪ੍ਰਕਾਰ ਦੇ ਨਾਲ ਉਸ ਜਿਲਦ ਨੂੰ ਕਹਿ ਲਈਏ ਭਾਈ ਉਥੋਂ ਸੁਧਾਰਨਾ ਕੀਤਾ। ਅਬਲੋ ਚਿਨਤ ਪੱਤਰੇ ਸਾਰੇ, ਭਾਈ ਸਾਹਿਬ ਜੀਆਂ ਨੇ ਕਹਿੰਦੇ ਕਿਉਂਕਿ ਦੀਦਾਰ ਕੀਤੇ ਭਾਈ ਸੰਤੋਖ ਸਿੰਘ ਜੀਆਂ ਨੇ ਪਾਵਨ ਬੀੜ ਦੇ, ਕਹਿੰਦੇ ਮੈਂ ਆਪਣੇ ਨੇਤਰਾਂ ਸਹਿਤ ਆਪ ਕਹਿੰਦੇ ਦੀਦਾਰ ਕਰਕੇ ਆਇਆ ਹਾਂ। ਕਹਿਤ ਕਵੀ ਹਮ ਆਪ ਨਿਹਾਰੇ, ਭਾਈ ਸਾਹਿਬ ਜੀ ਕਹਿੰਦੇ ਮੈਂ ਆਪ ਮਹਾਰਾਜ ਜੀਆਂ ਦੇ ਪਾਵਨ ਸਵਾਰਿਆਂ ਦੇ ਉੱਤੇ ਸੰਗਤ ਜੀ ਦੀਦਾਰ ਕੀਤੇ ਹਨ। ਕਰਤਾਰਪੁਰ ਸਾਹਿਬ ਪਾਵਨ ਅਸਥਾਨਾਂ ਤੇ ਕਰਤਾਰਪੁਰੇ ਵਿਸਾਖੀ ਦੇ ਦਿਹਾੜੇ ਤੇ ਸੰਗਤ ਜੀ ਪਾਵਨ ਸਵਾਰਿਆਂ ਦੇ ਦੀਦਾਰ ਕਰਾਏ ਜਾਂਦੇ ਹਨ। ਪੂਜਾ ਨਿਤ ਪ੍ਰਤ ਹੋਏ ਤੋ ਵਡੇਰੀ, ਔਰ ਮਹਾਰਾਜ ਜੀਆਂ ਦੇ ਸਤਿਗੁਰੂ ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਸਵਾਰਿਆਂ ਦੇ ਫਿਰ ਸੰਗਤ ਜੀ ਨੇ ਬਹੁਤਾਤ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਵਨ ਬਾਣੀ ਦੀ ਬੜੀ ਪੂਜਾ ਕੀਤੀ। ਆਏ ਅਕੋਰਤ ਨਾੜ ਕਨੇਰੀ, ਔਰ ਇਸ ਪ੍ਰਕਾਰ ਕੁਦਰਤੀ ਸੀ ਮਹਾਰਾਜ ਜੀਆਂ ਦੇ ਜਿੱਥੇ ਪਾਵਨ ਸਵਾਰਿਆਂ ਦੇ ਹੋਵਣ ਫਿਰ ਕਿਸੇ ਪ੍ਰਕਾਰ ਧਨ ਵਸਤੂ ਦੀ ਕਮੀ ਨਾ ਰਹੀ। ਪੰਥ ਖਾਲਸਾ ਅਬ ਲੋ ਦਰਸੈ, ਪੰਥ ਖਾਲਸਾ ਹੁਣ ਤੱਕ ਵੀ ਮਹਾਰਾਜ ਜੀਆਂ ਦੇ ਪਾਵਨ ਸਵਾਰਿਆਂ ਦੇ ਦੀਦਾਰ ਕਰਦਾ ਹੈ। ਗੁਰ ਕਰ ਕੋ ਲਖ ਸਭ ਕੋ ਹਰਸ਼ੈ, ਔਰ ਇਸ ਪ੍ਰਕਾਰ ਦੀਦਾਰ ਕਰਕੇ ਸਾਹਿਬ ਜੀ ਦੇ ਪਾਵਨ ਸਵਾਰਿਆਂ ਦੇ ਆਨੰਦਿਤ ਹੁੰਦੇ ਹਨ। ਤਬ ਤੇ ਤੀਰ ਮਲ ਕੇ ਧਾਮ, ਕਹਿੰਦੇ ਫਿਰ ਸੰਗਤ ਜੀ ਉਦੋਂ ਤੋਂ ਹੀ ਇਹ ਪਾਵਨ ਪਵਿੱਤਰ ਸਵਾਰੇ ਧੀਰ ਮੱਲ ਜੀ ਦੇ ਗ੍ਰਹਿ ਵਿਖੇ ਰਹਿ ਗ੍ਰੰਥ ਸਾਹਿਬ ਅਭਿਰਾਮ, ਕਹਿੰਦੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਤਿਨਾਂ ਦੇ ਗ੍ਰਹਿ ਵਿਖੇ ਉਦੋਂ ਤੋਂ ਹੀ ਹਨ। ਤਿਸ ਕੀ ਕੁਲ ਕੇ ਲੇਤ ਅਕੋਰ, ਫਿਰ ਅਗਾ ਬਾਬੇ ਧੀਰ ਮੱਲ ਦੀ ਕੁਲ ਦੇ ਅੰਦਰ ਜਿਵੇਂ ਜਿਵੇਂ ਫਿਰ ਅਗਾ ਕੁਲ ਦੇ ਅੰਦਰ ਵੀ ਅਗਾ ਜਿਵੇਂ ਸੰਤਾਨ ਉਹਨਾਂ ਦੀ ਹੋਈ। ਅਬ ਹੈ ਖਾਲਸੇ ਕਰ ਕੈ ਜੋਰ, ਕਹਿੰਦੇ ਇੱਕ ਵਾਰੀ ਖਾਲਸੇ ਨੇ ਤਿਨਾਂ ਨੂੰ ਬੇਨਤੀ ਕੀਤੀ ਸੀ। ਆਦ ਸੁਧਾਸੁਰ ਲਵਪੁਰ ਮਾਹੀ, ਕਹਿੰਦੇ ਤਿਨਾਂ ਬੇਨਤੀ ਕੀਤੀ ਕਿ ਪਾਵਨ ਸਵਾਰੇ ਸਾਨੂੰ ਤੁਸੀਂ ਦੇ ਦਿਓ ਜਾਂ ਅਸੀਂ ਸ਼੍ਰੀ ਅੰਮ੍ਰਿਤਸਰ ਲਾਹੌਰ ਉਹਨਾਂ ਥਾਵਾਂ ਤੇ ਰਾਖਹਿ ਗ੍ਰੰਥ ਸੋ ਆਪਣੇ ਪਾਹੀ, ਕਹਿੰਦੇ ਸੀ ਆਪਣੇ ਕੋਲ ਪਾਵਨ ਗ੍ਰੰਥ ਸਵਾਰੇ ਰੱਖ ਲਵਾਂਗੇ। ਤਨ ਆਦਿਕ ਭੇਟਾ ਜੋ ਦੇ, ਕਹਿੰਦੇ ਜੋ ਭੇਟਾ ਆਦਿਕ ਹੋਵੇਗੀ ਤੀਰ ਮਲ ਕੇ ਸਗਰੀ ਲੈ, ਕਹਿੰਦੇ ਧੀਰ ਮੱਲ ਨੂੰ ਅਸੀਂ ਦੇ ਦੇਵਾਂਗੇ। ਕਰੀ ਕਿਰਪਾ ਨਹਿ ਲੀਨ ਸਛੀਨ, ਪਰੰਤੂ ਕਹਿੰਦੇ ਫਿਰ ਗੁਰੂ ਕੇ ਖਾਲਸਾ ਪੰਥ ਨੇ ਵਿਚਾਰ ਕੀਤੀ ਭਾਈ ਇਹ ਭੇਟਾ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਨੇ ਬਖਸ਼ਿਸ਼ ਕੀਤੀ ਸੀ ਆਪਾਂ ਕਿਉਂ ਲਈਏ। ਹੁਣ ਉਹਨਾਂ ਬੇਨਤੀ ਜ਼ਰੂਰ ਕਹਿੰਦੇ ਉਸ ਵਕਤ ਕੀਤੀ, ਕਰੀ ਕਿਰਪਾ ਨਹਿ ਲੀਨਸ ਛੀਨ, ਕਹਿੰਦੇ ਉਹਨਾਂ ਦੇ ਉੱਪਰ ਜਾਂ ਕੋਈ ਧਿੰਗੋ ਜੋਰੀ ਨਹੀਂ ਫਿਰ ਖਾਲਸਾ ਪੰਥ ਨੇ ਤਿਨਾਂ ਦੇ ਉੱਪਰ ਕੀਤੀ। ਸਤਿਗੁਰ ਮਤ ਕੋ ਜਾਣ ਪ੍ਰਬੀਨ, ਸਤਿਗੁਰੂ ਜੀ ਦਾ ਆਸ਼ਾ ਵੀ ਇਹੋ ਸੀ। ਤੇ ਇਹਦੇ ਵਿੱਚ ਸੰਗਤ ਜੀ ਬੇਨਤੀ ਇੱਕ ਹੋਰ ਹੈ, ਕਿਉਂਕਿ ਪਿਛਲੇ ਦਿਨਾਂ ਦੇ ਅੰਦਰ ਵੀ ਸ਼ਾਇਦ ਆਪ ਜੀਆਂ ਨੇ ਵੀ ਇੱਕ ਵੱਖ-ਵੱਖ ਘਟਨਾਵਾਂ ਸੁਣੀਆਂ ਹੋਣ ਵੱਖ-ਵੱਖ ਥਾਵਾਂ ਤੇ, ਜਿਨ੍ਹਾਂ ਪਰਿਵਾਰਾਂ ਦੇ ਉੱਪਰ ਸਤਿਗੁਰੂ ਮਹਾਰਾਜ ਜੀਆਂ ਦੀਆਂ ਬਖਸ਼ਿਸ਼ਾਂ ਹੋਈਆਂ, ਉਹ ਮਹਾਰਾਜ ਜੀਆਂ ਦੇ ਵਸਤਰ ਹੋਵਣ, ਸਤਿਗੁਰੂ ਜੀਆਂ ਦੇ ਸ਼ਸਤਰ ਹੋਵਣ, ਜਾਂ ਗੁਰੂ ਮਹਾਰਾਜ ਜੀਆਂ ਨੇ ਜਿਨ੍ਹਾਂ ਪਰਿਵਾਰਾਂ ਨੂੰ ਇਸ ਪ੍ਰਕਾਰ ਭੇਟਾਵਾਂ ਦਿੱਤੀਆਂ ਹੋਵਣ। ਪ੍ਰਥਮ ਉਹ ਪਰਿਵਾਰ ਗੁਰੂ ਕਿਰਪਾ ਦੇ ਨਾਲ ਰਹਿਤ ਦੇ ਅੰਦਰ ਤਿਆਰ ਹੋ ਕਰਕੇ ਖਾਲਸੇ ਪੰਥ ਜਾਂ ਜਦੋਂ ਵੀ ਸੰਗਤ ਦੀਦਾਰ ਕਰੇ ਤੇ ਉਹਨਾਂ ਨੂੰ ਦੀਦਾਰ ਕਰਾਏ। ਠੀਕ ਭੇਟਾਵਾਂ ਉਹਨਾਂ ਦੇ ਕੋਲ ਹਨ, ਇਹਨਾਂ ਦੇ ਪਰਿਵਾਰ ਨੇ ਭਾਈ ਸੇਵ ਕਮਾਈ ਤੇ ਸਤਿਗੁਰੂ ਜੀ ਦੇ ਗ੍ਰਹਿ ਤੋਂ ਭਾਈ ਉਹਨਾਂ ਨੇ ਉਹ ਕਿਰਪਾ ਉਹਨਾਂ ਨੇ ਹਾਸਲ ਕੀਤੀ। ਸੋ ਜਾਂ ਜਿਨ੍ਹਾਂ ਪਰਿਵਾਰਾਂ ਅੰਦਰ ਮਾਲਵੇ ਅੰਦਰ ਸਤਿਗੁਰੂ ਮਹਾਰਾਜ ਜੀਆਂ ਦੇ ਨਾਲ ਸੰਬੰਧਿਤ ਅਨੇਕਾਂ ਪਾਵਨ ਸ਼ਸਤਰ ਗੁਰਦੇਵ ਮਹਾਰਾਜ ਜੀਆਂ ਦੇ ਬਸਤਰ ਜਾਂ ਪਾਵਨ ਪੋਥੀ ਸਾਹਿਬ, ਇਸ ਪ੍ਰਕਾਰ ਦੇ ਨਾਲ ਕਹਿੰਦੇ ਫਿਰ ਖਾਲਸਾ ਪੰਥ ਨੇ ਵੀ ਮਹਾਰਾਜ ਜੀਆਂ ਦੀ ਮਤ ਆਸ਼ੇ ਨੂੰ ਜਾਣਦਿਆਂ ਹੋਇਆਂ ਵੀ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਨੇ ਭਾਈ ਇਹ ਕਿਰਪਾਲਤਾ ਕੀਤੀ ਸੀ, ਫਿਰ ਆਪਾਂ ਗੁਰੂ ਤੋਂ ਵੱਡੇ ਨਹੀਂ ਹੋ ਸਕਦੇ। ਪੁਨਹ ਭਵਿਖਿਅਤ ਕੀ ਸੁਧ ਨਾਹੀ, ਔਰ ਕਹਿੰਦੇ ਫਿਰ ਜਿਵੇਂ ਅਗਾ ਹੋਵੇਗਾ ਲੇਹ ਪੰਥ ਕਹਿ ਰਹਤੇ ਨ ਪਾਹੀ, ਕਹਿੰਦੇ ਫਿਰ ਭਾਈ ਉਹਨਾਂ ਥਾਵਾਂ ਤੇ ਧੀਰਮਲ ਜੀ ਦੇ ਪਰਿਵਾਰ ਦੇ ਕੋਲ ਹੀ ਪਾਵਨ ਸਵਾਰੇ ਰਹਿਣੇ ਦਿੱਤੇ। ਇੱਥੇ ਹੀ ਇਹ ਅਧਿਆਏ ਸੰਪੰਨ ਹੋਇਆ। ਦੋਹਰਾ ਗੁਰੂ ਗ੍ਰੰਥ ਗਾਥਾ ਜਥਾ, ਕਥੀ ਸੋ ਸਮੈ ਸੋ ਮੈਂ ਚਿਤ ਲਾਏ। ਸਤਿਗੁਰੂ ਮਹਾਰਾਜ ਜੀਓ ਕੇ ਪਾਵਨ ਪਵਿੱਤਰ ਸਵਾਰਿਆਂ ਦੀ
ਭਾਈ ਸਾਹਿਬ ਜੀ ਕਹਿਣ ਲੱਗੇ ਜਿਹੜੀ ਇਹ ਸੰਗਤ ਜੀ ਗਾਥਾ ਹੈ ਮੈਂ ਚਿੱਤ ਲਾ ਕਰਕੇ ਆਪ ਜੀਆਂ ਦੇ ਨਾਲ ਮੈਂ ਸਾਂਝ ਪਾਈ ਹੈ। ਅਬ ਪ੍ਰਸੰਗ ਨੋ ਮੇ ਗੁਰੂ ਸੁਨ ਸ਼ਰੋਤਾ ਸੁਖ ਪਾਏ। ਸ਼ਰੋਤਾ ਜਨੋ ਆਪ ਜੀ ਹੁਣ ਨੌਵੇਂ ਸਤਿਗੁਰੂ ਜੀ ਦੇ ਪਾਵਨ ਜੀਵਨ ਦੇ ਪ੍ਰਸੰਗ ਪ੍ਰੇਮ ਨਾਲ ਤੁਸੀਂ ਸਰਵਣ ਕਰੋ। ਚੌਪਈ ਨਦੀ ਗ੍ਰੰਥ ਸਾਹਿਬ ਕੋ ਯਰ ਕੈ। ਔਰ ਇਸ ਪ੍ਰਕਾਰ ਸਤਿਗੁਰੂ ਮਹਾਰਾਜ ਜੀ ਪਾਵਨ ਪਵਿੱਤਰ ਸਵਾਰੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਨਦੀ ਸਾਹਿਬ ਤੇ ਧਰ ਕਰਕੇ ਸੌਂਪ ਭਲੇ ਅਰ ਬੰਧਨ ਕਰਕੇ ਨਮਸਕਾਰ ਕਰਕੇ ਸੌਂਪ ਕਰਕੇ ਜਾਏ ਮੰਜ਼ਲ ਉਤਰੇ ਨਿਸ ਜਾਨ। ਸਤਿਗੁਰੂ ਜੀ ਇੱਕ ਮੰਜ਼ਿਲ ਤੇ ਜਾ ਪਹੁੰਚੇ। ਖਾਨ ਪਾਨ ਸਭ ਕੀਨ ਸਥਾਨ। ਖਾਣ ਪਾਣ ਕਰਕੇ ਸਤਿਗੁਰੂ ਮਹਾਰਾਜ ਜੀ ਨੇ ਸੁਪਤ ਜਥਾ ਸੁਖ ਕਰ ਬਿਸਰਾਮ। ਔਰ ਰਾਤਰੀ ਇਸ ਪ੍ਰਕਾਰ ਵਿਸ਼ਰਾਮ ਕੀਤੀ। ਜਾਗੇ ਜਾਮਨ ਜਾਨ ਸੁਜਾਮ। ਸਤਿਗੁਰੂ ਜੀ ਪਹਿਰ ਰਾਤ ਰਹਿੰਦਿਆਂ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਜਾਗੇ। ਸੋਚ ਇਸ਼ਨਾਨ ਕੀਨ ਗੁਰ ਪੂਰੇ। ਸੋਚ ਇਸ਼ਨਾਨ ਕਰਨੇ ਉਪਰੰਤ ਦਾਸਨ ਸੁਖਦ ਚਲਿਤ ਜਿਨ ਰੂਰੇ। ਦਾਸਾਂ ਨੂੰ ਸੇਵਕ ਜਨਾਂ ਨੂੰ ਸਤਿਗੁਰੂ ਮਹਾਰਾਜ ਜੀਆਂ ਦੇ ਜੀਵਨ ਦੇ ਭਾਈ ਇਸ ਪ੍ਰਕਾਰ ਸਤਿਗੁਰੂ ਜੀ ਸੁਖ ਦੇਣੇ ਵਾਲੇ ਆਸਾ ਵਾਰ ਰਬਾਬੀ ਗਾਵਤ। और रबाबे गुरु के सिखा ने उस वक्त आसा जी की वार दे भोग पाए। कीर्तन होया साहिब जी के हजूर जिथे महाराज जियां ने रस्ते अंदर पड़ा कीता सी। सुनह सिख सब पाप मिटावत। गुरु के सेवक जन बाणी सुन करके भाई सर्व प्रकार दे पाप मिटाउंदे हन। सतगुर ध्यान लाए कर थिरे। महाराज जी सतगुरु गुरु तेग बहादुर जी महाराज ਆਪਣੇ ਧਿਆਨ ਦੇ ਅੰਦਰ ਸਥਿਤ ਹਨ। ਨਿਜ ਸਰੂਪ ਮਹਿ ਇਕ ਤਾਕ ਕਰੇ। ਔਰ ਸਤਿਗੁਰੂ ਨਿਜ ਸਰੂਪ ਦੇ ਅੰਦਰ ਟਿਕ ਕਰਕੇ ਭਈ ਪ੍ਰਭਾਤ ਭੋਗ ਤਬ ਪਾਇਓ। ਗੁਰੂ ਕੇ ਰਬਾਬੀ ਸਿੰਘਾਂ ਨੇ ਸਾਧ ਸੰਗਤ ਜੀਓ ਗੁਰੂ ਕੇ ਸਿੱਖਾਂ ਨੇ ਉਸ ਵਕਤ ਭੋਗ ਪਾਇਆ ਹੈ। ਸੁਨ ਅਰਦਾਸ ਸੀਸ ਸਭ ਨਿਆਇਓ। ਸਭਨਾਂ ਨੇ ਅਰਦਾਸ ਕਰਕੇ ਨਮਸਕਾਰ ਕੀਤੀ। ਸਗਰੇ ਵਾਹਨ ਕੀਨ ਸਤਿਆਰੀ। ਔਰ ਫਿਰ ਉਥੋਂ ਚਾਲਾ ਪਾਉਣ ਦੀ ਤਿਆਰੀ ਵਾਹਨ ਤਿਆਰ ਕੀਤੇ ਰਥ ਤਿਆਰ ਕੀਤੇ ਹਨ। ਡੋਰੇ ਅਰ ਚੰਦਨ ਅਸ ਭਾਰੀ। ਡੋਰੇ ਡੋਲੇ ਸੈਂਦਨ ਰਥ ਇਸ ਪ੍ਰਕਾਰ ਸਾਰੇ ਤਿਆਰੇ ਕੀਤੇ ਗਏ। ਵਹਿਰ ਬਸਤਰ ਸਭ ਸ਼ਸਤਰ ਲਗਾਏ। ਸਤਿਗੁਰੂ ਮਹਾਰਾਜ ਜੀਆਂ ਨੇ ਉਸ ਵਕਤ ਸਾਰੀ ਤਿਆਰੀ ਕਰਨੇ ਉਪਰੰਤ ਨਾਲ ਭਾਈ ਮੱਖਣ ਸ਼ਾਹ ਦੇ ਜਿਹੜੇ ਨਾਲ ਸਾਧ ਸੰਗਤ ਜੀਓ ਦੇ ਸਿਪਾਹੀ ਸਨ ਤਿਨਾਂ ਨੇ ਵੀ ਤਿਆਰੀ ਕਰ ਲਈ। ਪ੍ਰਥਮ ਖੜਗ ਸੁੰਦਰ ਗਰ ਪਾਏ। ਸਤਿਗੁਰੂ ਮਹਾਰਾਜ ਜੀਆਂ ਨੇ ਔਰ ਜਿਹੜੇ ਨਾਲ ਸੇਵਕ ਸਨ ਉਹਨਾਂ ਨੇ ਤਨ ਦੇ ਉੱਪਰ ਸ਼ਸਤਰ ਸਜਾ ਲਏ। ਕੰਚਨ ਮੁਸ਼ਟ ਮਹਾ ਖਰ ਧਾਰਾ। ਔਰ ਹੱਥ ਅੰਦਰ ਸੋਨੇ ਦੀ ਮੁੱਠ ਵਾਲੀ ਸ਼੍ਰੀ ਸਾਹਿਬ ਜੀਆਂ ਨੇ ਪਾਉਣੇ ਉਪਰੰਤ ਸਰ ਖਰ ਭਰ ਤਰਕਸ਼ ਗਰ ਧਾਰਾ। ਔਰ ਤਰਕਸ਼ ਨੂੰ ਪੱਥੇ ਨੂੰ ਤੀਰਾਂ ਨਾਲ ਭਰਨੇ ਉਪਰੰਤ ਤਨਖ ਹਾਥ ਗਹਿ ਪੇ ਅਸਵਾਰ। ਇਸ ਪ੍ਰਕਾਰ ਸਵਾਰੀ ਕਰਕੇ ਹੱਥ ਵਿੱਚ ਧਨਖ ਪਕੜ ਕਰਕੇ ਮੱਖਣ ਸੰਗ ਲੋਕ ਗਨ ਲਾਰ। ਮੱਖਣ ਦੇ ਨਾਲ ਜਿਹੜੇ ਉਹਦੇ ਆਪਣੇ ਸਿਪਾਹੀ ਸਨ ਤਿਨਾਂ ਨੇ ਵੀ ਤਿਆਰੀ ਕੀਤੀ। ਸਨੇ ਸਨੇ ਚਲ ਪੰਥ ਗੁਸਾਈ। ਔਰ ਹੌਲੀ ਹੌਲੀ ਚੱਲਦਿਆਂ ਹੋਇਆਂ ਕਰ ਡੇਰਾ ਨਿਸ ਆਏ ਬਿਤਾਈ। ਔਰ ਰਾਤਰੀ ਅਗਾ ਇੱਕ ਹੋਰ ਥਾਂ ਤਿਨਾਂ ਨੇ ਸੰਗਤ ਜੀ ਡੇਰਾ ਕੀਤਾ। ਦੇਸ਼ ਵਿਦੇਸ਼ਨ ਮਹਿ ਸੁਧ ਹੋਈ। ਔਰ ਹੁਣ ਜਦੋਂ ਇਹ ਬਾਤ ਦੇਸ਼ਾਂ ਵਿਦੇਸ਼ਾਂ ਵਿੱਚ ਪ੍ਰਗਟ ਹੋਈ ਹੈ ਸਤਿਗੁਰੂ ਮਹਾਰਾਜ ਜੀਆਂ ਦੇ ਜੀਵਨ ਦੀ ਜਿਹੜੀ ਕਿਉਂਕਿ ਜਿਹੜੇ ਪ੍ਰਸੰਗ ਹਨ ਸੰਗਤ ਜੀ ਇਹ ਇਤਿਹਾਸ ਦੇ ਅਨੁਸਾਰ ਲਗਭਗ ਸਨ 1664 ਦੇ ਕਰੀਬ ਦੀਆਂ ਇਹ ਘਟਨਾਵਾਂ ਹਨ। ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਨੂੰ ਮੱਖਣ ਸ਼ਾਹ ਲਵਾਣਾ ਜੀਆਂ ਨੇ ਜਿਸ ਵਕਤ ਜਗਤ ਦੇ ਅੰਦਰ ਮਹਾਰਾਜ ਜੀਆਂ ਨੇ ਗੁਰੂ ਲਾਧੋਰੇ ਕੋਠੇ ਚੜ੍ਹ ਕੇ ਰੌਲਾ ਪਾਇਆ। ਜਦੋਂ ਇਹ ਘਟਨਾ ਅਗਸਤ ਸਨ 1664 ਤੋਂ ਬਾਅਦ ਦੀਆਂ ਹਨ ਕਿਉਂਕਿ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਨੇ ਫਿਰ ਜਿਵੇਂ ਦੌਰੇ ਕੀਤੇ ਔਰ ਵੱਖ-ਵੱਖ ਥਾਵਾਂ ਤੇ ਪਹੁੰਚੇ ਔਰ ਸਤਿਗੁਰੂ ਮਹਾਰਾਜ ਜੀ ਸ਼੍ਰੀ ਅਨੰਦਪੁਰ ਸਾਹਿਬ ਨੂੰ ਜਦੋਂ ਸਾਹਿਬ ਜੀਆਂ ਨੇ ਵਸਾਉਣਾ ਕੀਤਾ ਇਹ ਘਟਨਾ ਸਨ 1665 ਦੀ ਹੈ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਨੇ ਪਟਨਾ ਸਾਹਿਬ ਵਾਲੇ ਪਾਸੇ ਜਾਣ ਤੋਂ ਪਹਿਲਾਂ ਇਹਨਾਂ ਥਾਵਾਂ ਤੇ ਸਤਿਗੁਰੂ ਮਹਾਰਾਜ ਜੀ ਭੋਏ ਮੁੱਲ ਖਰੀਦ ਕਰਕੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਨੇ ਨਗਰੀ ਪਹਿਲਾਂ ਵਸਾ ਲਈ ਸੀ। ਸੋ ਇਹ ਘਟਨਾ ਲਗਭਗ ਇਤਿਹਾਸਕ ਤੌਰ ਤੇ ਸਨ 1664 ਦੇ ਛੇਕੜ ਦੇ ਮਹੀਨਿਆਂ ਦੀ ਹੈ ਬਾਅਦ ਦੇ ਮਹੀਨਿਆਂ ਦੀ ਹੈ।
ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਬਾਬਤ ਜਦੋਂ ਹੁਣ ਸੰਗਤ ਜੀ ਨੇ ਸਰਵਣ ਕੀਤਾ, ਸਾਰੀਆਂ ਘਟਨਾਵਾਂ ਦਾ ਪਤਾ ਲੱਗ ਗਿਆ। ਮੱਖਣ ਸ਼ਾਹ ਵਾਲੀ ਘਟਨਾ ਦਾ ਪਤਾ ਲੱਗ ਗਿਆ, ਸ਼ੀਹੇ ਮਸੰਦ ਦੀ ਘਟਨਾ ਦਾ ਪਤਾ ਲੱਗ ਗਿਆ, ਸਤਿਗੁਰੂ ਮਹਾਰਾਜ ਜੀਆਂ ਦੇ ਉੱਪਰ ਜਿਸ ਪ੍ਰਕਾਰ ਵਾਰ ਕੀਤਾ। ਔਰ ਉਸ ਤੋਂ ਬਾਅਦ ਸਤਿਗੁਰੂ ਮਹਾਰਾਜ ਜੀਆਂ ਦੇ ਬਾਰੇ ਜਿਵੇਂ ਜਿਵੇਂ ਸੰਗਤਾਂ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਪਤਾ ਲੱਗ ਰਿਹਾ ਹੈ, ਸੰਗਤਾਂ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਪਤਾ ਕਰਦਿਆਂ ਹੋਇਆਂ ਮਗਰੇ ਮਗਰ ਆ ਰਹੀਆਂ ਹਨ। ਕਿੱਥੇ ਹਨ ਗੁਰੂ ਤੇਗ ਬਹਾਦਰ ਮਹਾਰਾਜ? ਜਿਵੇਂ ਪਤਾ ਲੱਗਣਾ ਸੰਗਤ ਨੂੰ ਇੱਕ ਥਾਂ ਪੜਾ ਕੀਤਾ, ਭਾਈ ਸਤਿਗੁਰੂ ਜੀ ਹੁਣ ਇਸ ਪਾਸੇ ਨੂੰ ਅੱਗੇ ਚਲੇ ਗਏ ਪੜਾ ਤੇ। ਸੰਗਤਾਂ ਨੇ ਭੇਟਾਵਾਂ ਲੈ ਕਰਕੇ ਮਹਾਰਾਜ ਜੀਆਂ ਦੇ ਮਗਰੇ ਮਗਰ ਹੀ ਪਤਾ ਕਰਦਿਆਂ ਢੂੰਡਦਿਆਂ ਹੋਇਆਂ ਸਤਿਗੁਰੂ ਜੀਆਂ ਦੇ ਪਾਸ ਜਾਣਾ। ਬਿਦਤੇ ਗੁਰੂ ਸੁਨਤ ਸਭਲ ਕੋਈ। ਔਰ ਜਿਵੇਂ ਜਿਵੇਂ ਜਗਤ ਦੇ ਅੰਦਰ ਸੰਗਤਾਂ ਨੇ ਸਰਵਣ ਕੀਤਾ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀਆਂ ਦੀ ਮਹਿਮਾ ਬਾਰੇ, ਲੈ ਕਰ ਘਰ ਤੇ ਅਨੇਕ ਅਕੋਰ। ਔਰ ਨਾਨਾ ਪ੍ਰਕਾਰ ਦੀਆਂ ਭੇਟਾਵਾਂ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਨੂੰ ਭੇਟ ਕਰਨੇ ਦੇ ਵਾਸਤੇ ਲੈ ਕਰਕੇ ਸੰਗਤਾਂ ਘਰੋਂ ਚੱਲ ਪਈਆਂ ਹਨ। ਸੰਗਤ ਆਏ ਗੁਰੂ ਕੀ ਔਰ। ਸੰਗਤਾਂ ਸਤਿਗੁਰੂ ਮਹਾਰਾਜ ਜੀਆਂ ਦੇ ਵੱਲ ਆ ਰਹੀਆਂ ਹਨ, ਕਿਉਂਕਿ ਅਨੇਕਾਂ ਐਸੀਆਂ ਘਟਨਾਵਾਂ ਇਤਿਹਾਸ ਵਿੱਚ ਵਾਪਰੀਆਂ, ਸੰਗਤਾਂ ਭਾਈ ਪਤਾ ਕਰਦੀਆਂ ਆ ਰਹੀਆਂ ਹਨ। ਸਤਿਗੁਰੂ ਜੀਆਂ ਨੇ ਜੇ ਇੱਕ ਥਾਂ ਤੇ ਤਾਂ ਪੜਾ ਕੀਤਾ ਨਹੀਂ ਸੀ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਨੇ। ਬਾਬਾ ਬਕਾਲਾ ਸਾਹਿਬ ਵਾਲੀ ਜਦੋਂ ਇਹ ਘਟਨਾ ਵਾਪਰੀ, ਉਸ ਤੋਂ ਬਾਅਦ ਸਤਿਗੁਰੂ ਜੀ ਫਿਰ ਚੱਲ ਸੋ ਚੱਲ ਜਾਂ ਰਸਤੇ ਪੈਂਡਿਆਂ ਦੇ ਵਿੱਚ ਸਨ ਸਤਿਗੁਰੂ। ਸੰਗਤਾਂ ਨੇ ਪੁੱਛਣਾ ਇੱਕ ਥਾਂ ਤੋਂ ਦੂਸਰੀ ਥਾਂ, ਦੂਸਰੀ ਤੋਂ ਤੀਸਰੀ ਥਾਂ, ਜਿੱਥੇ ਜਿੱਥੇ ਮੇਰੇ ਸਤਿਗੁਰੂ ਜੀ ਦਾ ਪੜਾ ਹੋਣਾ, ਸੰਗਤਾਂ ਨੇ ਭਾਈ ਮਗਰੇ ਮਗਰ, ਕਿਉਂਕਿ ਲੰਮੇਰਾ ਸਮਾਂ ਹੋ ਗਿਆ ਸੀ ਗੁਰਦੇਵ ਜੀਆਂ ਦੇ ਦੀਦਾਰ ਨਹੀਂ ਸਨ ਕੀਤੇ। ਧੰਨ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀਆਂ ਨੇ ਤਾਂ ਇੰਨੇ ਬਚਨ ਕਹੇ ਸਨ, ਬਾਬਾ ਬਸੇ ਗ੍ਰਾਮ ਬਕਾਲੇ, ਪਰ ਅਗਲੀ ਤਾਂ ਜਿਹੜੀ ਬਾਤ ਸੀ ਉਹ ਜੇ ਪਹਿਰਾ ਗੁਪਤ ਸੀ। ਉਸ ਵਕਤ ਸੰਗਤ ਨੂੰ ਨਹੀਂ ਸੀ ਪਤਾ ਭਾਈ ਕਿਹਨਾਂ ਦੇ ਜਾ ਕੇ ਚਰਨੀ ਲੱਗੀਏ। ਸੋ ਫਿਰ ਜਦੋਂ ਮਹਾਰਾਜ ਜੀ ਪ੍ਰਗਟ ਹੋਏ, ਫਿਰ ਸਾਰੀ ਸੰਗਤਾਂ ਦੇ ਚਿੱਤ ਵਿੱਚ ਚਲੋ ਪਾਤਸ਼ਾਹ ਜੀ ਦੇ ਜਾ ਦੀਦਾਰ ਕਰੀਏ, ਮਹਾਰਾਜ ਜੀਆਂ ਦੇ ਦੀਦਾਰ ਕਰੀਏ। ਕਿਉਂਕਿ ਇਹ ਜਿਹੜੀ ਘਟਨਾ ਹੈ ਸੰਗਤ ਜੀ, ਲਗਭਗ ਕੁਝ ਮਹੀਨੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਗੁਪਤ ਰਹੇ ਸਨ। ਧੰਨ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਮਹਾਰਾਜ ਜੀਆਂ ਦੇ ਬਚਨਾਂ ਦੇ ਕਹਿਣ ਤੋਂ ਕਈ ਮਹੀਨਿਆਂ ਤੱਕ ਫਿਰ ਜਦੋਂ ਸੰਗਤ ਨੇ ਬੇਨਤੀ ਕੀਤੀ, ਮਹਾਰਾਜ ਧੀਰਮਲ ਨੇ ਬੜਾ ਬਖੇੜਾ ਬਾਹਰ ਖੜਾ ਕਰ ਦਿੱਤਾ ਹੈ, ਹੁਣ ਤੁਸੀਂ ਕਿਰਪਾਲਤਾ ਕਰੋ, ਸੰਗਤ ਜਾਏ ਤੇ ਜਾਏ ਕਿਸ ਪਾਸੇ। ਸੰਗਤ ਬਾਹਰ ਦੁਬਦਾ ਦੇ ਅੰਦਰ ਹੈ। ਫਿਰ ਉਹ ਸਾਰੀ ਜਿਸ ਪ੍ਰਕਾਰ ਆਪ ਜੀਆਂ ਨੇ ਪਿੱਛੇ ਪ੍ਰਸੰਗ ਸਰਵਣ ਕੀਤੇ, ਸਤਿਗੁਰੂ ਮਹਾਰਾਜ ਜੀ ਜਗਤ ਦੇ ਅੰਦਰ ਦੀਦਾਰ ਸਤਿਗੁਰੂ ਮਹਾਰਾਜ ਜੀਆਂ ਨੇ ਦੇਣਾ ਕੀਤੇ। ਸੋ ਹੁਣ ਸੰਗਤਾਂ ਉਮੜ ਕਰਕੇ ਪਾਤਸ਼ਾਹ ਜੀਆਂ ਦੇ ਦੀਦਾਰ ਕਰਨੇ ਵਾਸਤੇ ਆ ਰਹੀਆਂ ਹਨ। ਮਾਰਗ ਬਿਖੈ ਮਿਲਹਿ ਦਰਸ਼ਨ ਤੇ। ਔਰ ਮਾਰਗ ਵਿੱਚ ਰਸਤੇ ਵਿੱਚ ਹੀ ਆਣ ਕਰਕੇ ਪੁੱਛਦੇ ਪੁਛਾਂਦੇ ਆਣ ਕੇ ਮਿਲ ਰਹੇ ਹਨ। ਦਰਬ ਆਦ ਅਨਗਨ ਅਰਪਨ ਤੇ। ਔਰ ਜੋ ਵੀ ਕੁਝ ਉਹਨਾਂ ਪਾਸ ਆਪਣੀ ਕੋਈ ਯਥਾ ਸ਼ਕਤ ਭੇਟਾਵਾਂ, ਦਸਵੰਧ ਦੀ ਭੇਟਾ ਹੋਣੀ, ਮਹਾਰਾਜ ਜੀਆਂ ਦੇ ਚਰਨੀ ਉਹਨਾਂ ਨੇ ਧਰ ਅਰਦਾਸ ਕਰਨੀ। ਚੌਹ ਦਿਸ਼ ਤੇ ਚਲ ਆਏ ਕਨੇਰੇ। ਚਾਰੇ ਦਿਸ਼ਾਵਾਂ ਤੋਂ ਇਸ ਪ੍ਰਕਾਰ ਮਿਲ ਮਿਲ ਕਰਕੇ ਕਨੇਰੀਆਂ ਸੰਗਤਾਂ ਆ ਰਹੀਆਂ ਹਨ। ਮਨੋ ਕਾਮਨਾ ਪਾਏ ਬਡੇਰੇ। ਔਰ ਮਨੋ ਕਾਮਨਾਵਾਂ ਦੀ ਪੂਰਤੀ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਦੇ ਦਰੋਂ ਘਰੋਂ ਪੂਰਨ ਕਰਵਾ ਰਹੇ ਹਨ। ਨਿਤ ਪ੍ਰਤ ਮਿਲਹਿ ਹਜ਼ਾਰ ਹੋ ਆਏ। ਔਰ ਇਸ ਪ੍ਰਕਾਰ ਨਿਤਾ ਪ੍ਰਤ ਕੋਈ ਉੱਥੇ ਗਿਣਤੀ ਹੀ ਸੰਗਤ ਜੀ ਕੋਈ ਨਹੀਂ ਹੈ, ਹਜ਼ਾਰਾਂ ਦੀ ਤਦਾਦ ਵਿੱਚ ਇਸ ਪ੍ਰਕਾਰ ਆ ਰਹੇ ਹਨ। ਅਰਪਹਿ ਵਸਤਨ ਕੋ ਸਮੁਦਾਇ। ਔਰ ਭੇਟਾਵਾਂ ਵਸਤੂਆਂ ਸਾਹਿਬ ਜੀ ਕੇ ਹਜੂਰ ਅਰਦਾਸੇ ਕਰਾ ਰਹੀਆਂ ਹਨ ਸੰਗਤਾਂ। ਪੰਥ ਉਲੰਘ ਗਏ ਗੁਰ ਧੀਰ। ਇਸ ਪ੍ਰਕਾਰ ਰਸਤੇ ਨੂੰ ਪੰਥ ਉਲੰਘ ਗਏ ਗੁਰ ਧੀਰ। ਸਤਿਗੁਰੂ ਜੀ ਰਸਤੇ ਨੂੰ ਲੰਘਦਿਆਂ ਹੋਇਆਂ ਖਰੇ ਜਾਏ ਸਤਰਵ ਕੇ ਤੀਰ। ਸਤਿਗੁਰੂ ਜੀ ਸਤਲੁਜ ਦਰਿਆ ਦੇ ਕਿਨਾਰੇ ਜਾ ਪਹੁੰਚੇ। ਕਹਿ ਕਰ ਤਰਨੀ ਤਬ ਮੰਗਵਾਈ। ਔਰ ਸਾਹਿਬ ਜੀਆਂ ਨੇ ਫਿਰ ਵੱਡੀ ਬੇੜੀ ਉਸ ਵਕਤ ਕਹਿ ਕਰਕੇ ਮੰਗਵਾਈ। ਕਰਨ ਤਾਰ ਆਨੀ ਸਹਸਾਈ। ਔਰ ਮਲਾ ਲੈ ਛੇਤੀ ਹੀ ਲੈ ਕਰਕੇ ਸਾਹਿਬ ਜੀਆਂ ਦੇ ਹਜੂਰ ਆਣ ਪਹੁੰਚੇ। ਮੱਖਣ ਸਹਿਤ ਪਾਰ ਤਬ ਪਰੇ। ਔਰ ਮੱਖਣ ਸ਼ਾਹ ਦੇ ਨਾਲ ਉਸ ਵਕਤ ਸਤਿਗੁਰੂ ਮਹਾਰਾਜ ਜੀਆਂ ਨੇ ਦਰਿਆ ਨੂੰ ਪਾਰ ਕੀਤਾ। ਸਗਰੇ ਨਰ ਤੈਸੇ ਜਲ
ਤਰੇ। ਔਰ ਨਾਲ ਜਿਤਨੇ ਸਤਿਗੁਰੂ ਮਹਾਰਾਜ ਜੀਆਂ ਦੇ ਸੇਵਕ ਜਾਂ ਸੰਗਤਾਂ ਸਨ ਉਹਨਾਂ ਵੀ ਉਸੇ ਪ੍ਰਕਾਰ ਨਾਲ ਪਾਰ ਹੋਏ। ਡੇਰਾ ਕਰਿਓ ਪਾਰ ਲੈ ਕੂਲ। ਇਸ ਪ੍ਰਕਾਰ ਸਤਿਗੁਰੂ ਜੀ ਸਤਲੁਜ ਤੋਂ ਪਾਰ ਹੋ ਕਰਕੇ ਦੂਸਰੇ ਕਿਨਾਰੇ ਸਾਹਿਬ ਜੀਆਂ ਨੇ ਡੇਰਾ ਕੀਤਾ ਹੈ। ਸ੍ਰੀ ਗੁਰਦੇਵ ਆਨੰਦ ਕੇ ਮੂਲ। ਸਤਿਗੁਰੂ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਆਨੰਦ ਦੇ ਮੂਲ ਆਨੰਦ ਦੇ ਦਾਤੇ ਹਨ। ਚਹਿਤ ਆਪਨੋ ਨਗਰ ਬਸਾਇਓ। ਹੁਣ ਸਤਿਗੁਰੂ ਜੀਆਂ ਦੇ ਹਿਰਦੇ ਦਾ ਆਸ਼ਾ ਕੀ ਹੈ ਸੰਗਤ ਜੀ? ਪਾਤਸ਼ਾਹ ਜੀਆਂ ਦੇ ਹਿਰਦੇ ਦਾ ਆਸ਼ਾ ਹੈ ਹੁਣ ਨਵਾਂ ਨਗਰ ਵਸਾਉਣਾ ਕਰੀਏ, ਆਪਣਾ ਨਗਰ ਵਸਾਉਣਾ ਕਰੀਏ। ਰੁਚਿਰ ਸਥਾਨ ਚਿਤਵ ਮਨ ਭਾਇਓ। ਔਰ ਕੋਈ ਇੱਕ ਐਸਾ ਜਗ੍ਹਾ ਐਸੀ ਜਗ੍ਹਾ ਹੋਵੇ ਸਿੱਖੀ ਦਾ ਪ੍ਰਚਾਰ ਵੀ ਉਸ ਥਾਂ ਤੇ ਜਾ ਕੇ ਆਪਾਂ ਕਰ ਸਕੀਏ, ਐਸਾ ਨਗਰ ਆਪਾਂ ਹੁਣ ਵਸਾਉਣਾ ਕਰੀਏ। ਪੰਜ ਕੋਸ ਕੀਰਤਪੁਰ ਪਰੇ। ਪੰਜ ਕੋ ਕਰਕੀਰਤਪੁਰ ਸਾਹਿਬ ਤੋਂ 5 ਕੋਹ ਦੀ ਦੂਰੀ ਪਰ ਤਹਾਂ ਜਾਏ ਗੁਰ ਡੇਰਾ ਕਰੇ। ਸਤਿਗੁਰੂ ਮਹਾਰਾਜ ਜੀਆਂ ਨੇ ਉਸ ਥਾਂ ਜਾ ਕਰਕੇ ਡੇਰਾ ਕੀਤਾ ਹੈ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਨੇ ਹਿਰਦੇ ਅੰਦਰ ਵਿਚਾਰ ਕੀਤੀ। ਵੱਡਿਆਂ ਗੁਰਾਂ ਨੇ ਵੱਖ-ਵੱਖ ਥਾਵਾਂ ਤੇ ਸਿੱਖੀ ਪ੍ਰਚਾਰ ਦੇ ਵਾਸਤੇ ਅਸਥਾਨ ਬਣਾਏ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਕਰਤਾਰਪੁਰ ਨਗਰ ਵਸਾਉਣਾ ਕੀਤਾ। ਸਤਿਗੁਰੂ ਗੁਰੂ ਅੰਗਦ ਦੇਵ ਮਹਾਰਾਜ ਜੀਆਂ ਨੇ ਸਿੱਖੀ ਦਾ ਪ੍ਰਚਾਰ ਖਡੂਰ ਸਾਹਿਬ ਪਾਵਨ ਅਸਥਾਨ ਤੇ ਕੀਤਾ। ਤੀਸਰੇ ਪਾਤਸ਼ਾਹ ਜੀਆਂ ਨੇ ਗੋਇੰਦਵਾਲ ਸਾਹਿਬ ਨਗਰ ਵਸਾਉਣਾ ਕੀਤਾ। ਔਰ ਚੌਥੇ ਪਾਤਸ਼ਾਹ ਜੀਆਂ ਨੇ ਡਿੱਠੇ ਸਭੇ ਥਾਮ ਨਹੀਂ ਤੁਧ ਜੇ ਆ ਰਮਦਾਸਪੁਰਾ ਪਾਵਨ ਪਵਿੱਤਰ ਨਗਰ ਵਸਾਇਆ। ਪੰਚਮ ਪਾਤਸ਼ਾਹ ਜੀਆਂ ਨੇ ਤਰਨਤਾਰਨ ਸਾਹਿਬ ਨਗਰ ਆਬਾਦ ਕੀਤਾ। ਸਤਿਗੁਰੂ ਗੁਰੂ ਹਰਗੋਬਿੰਦ ਮਹਾਰਾਜ ਜੀਆਂ ਨੇ ਸ਼੍ਰੀ ਹਰਗੋਬਿੰਦਪੁਰਾ ਵਸਾਉਣਾ ਕੀਤਾ। ਧੰਨ ਗੁਰੂ ਹਰ ਰਾਏ ਮਹਾਰਾਜ ਸੱਚੇ ਪਾਤਸ਼ਾਹ ਜੀ ਕੀਰਤਪੁਰ ਸਾਹਿਬ ਪਾਵਨ ਅਸਥਾਨਾਂ ਤੇ ਆਏ। ਤੇ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਦੇ ਹਿਰਦੇ ਦਾ ਆਸ਼ਾ ਕਿ ਨਵੀਂ ਥਾਂ ਤੇ ਨਗਰ ਵਸਾ ਕੇ ਸਿੱਖੀ ਦਾ ਪ੍ਰਚਾਰ ਉਥੋਂ ਵੀ ਕੀਤਾ ਜਾਏ। ਇਹ ਵੱਖ-ਵੱਖ ਥਾਵਾਂ ਤੇ ਸਤਿਗੁਰੂ ਮਹਾਰਾਜ ਜੀ ਇਸ ਪ੍ਰਕਾਰ ਵਿਚਾਰ ਕਰ ਰਹੇ ਹਨ। ਇਤਿਹਾਸ ਵਿੱਚ ਇਹ ਵੀ ਆਉਂਦਾ ਹੈ ਕਿ ਰਾਜਾ ਦੀਪ ਚੰਦ ਦੀ ਰਾਣੀ ਨੇ ਜਦੋਂ ਫਿਰ ਬੇਨਤੀ ਕੀਤੀ ਸੀ, ਮਹਾਰਾਜ ਤੁਸੀਂ ਕਿਰਪਾਲਤਾ ਕਰੋ, ਬਿਲਾਸਪੁਰ ਤੋਂ ਸਤਿਗੁਰੂ ਜੀ ਤੁਸੀਂ ਦੂਰ ਨਾ ਜਾਓ, ਕਿਉਂਕਿ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਦਾ ਕੀਰਤਪੁਰ ਸਾਹਿਬ, ਕਿਉਂਕਿ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਕੀਰਤਪੁਰ ਸਾਹਿਬ ਪਹਿਲਾਂ ਵੀ ਰਹੇ ਹੋਏ ਹਨ। ਸਨ 1644 ਦੇ ਵਿੱਚ ਜਦੋਂ ਸਨ 1644 ਵਿੱਚ ਜਦੋਂ ਧੰਨ ਗੁਰੂ ਹਰਗੋਬਿੰਦ ਮਹਾਰਾਜ ਜੀ ਜੋਤੀ ਜੋਤ ਸਮਾਏ, ਧੰਨ ਗੁਰੂ ਹਰਗੋਬਿੰਦ ਮਹਾਰਾਜ ਜੀਆਂ ਨੇ ਹੀ ਸ਼ਬਦ ਕਹੇ ਸਨ ਮਾਤਾ ਨਾਨਕੀ ਜੀ ਨੂੰ ਤੇ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਨੂੰ। ਅਜੇ ਗੁਰੂ ਨਹੀਂ ਸਨ ਬਣੇ, ਪਰੰਤੂ ਆਪਾਂ ਗੁਰੂ ਸ਼ਬਦ ਕਹਿੰਦੇ ਹਾਂ ਸਾਹਿਬ ਜੀਆਂ ਦੇ ਵਾਸਤੇ ਕਿ ਹੁਣ ਤੁਸੀਂ ਨਾਨਕੇ ਨਗਰ ਬਕਾਲੇ ਦੀ ਧਰਤੀ ਤੇ ਚਲੇ ਜਾਓ। ਸੋ ਆਪਾਂ ਇਉਂ ਕਹਿ ਸਕਦੇ ਹਾਂ ਕਿ ਸਤਿਗੁਰੂ ਜੀ ਹੁਣ ਲਗਭਗ 20 ਵਰਿਆਂ ਦੇ ਬਾਅਦ ਦੁਬਾਰਾ ਫਿਰ ਉਸੇ ਨਗਰ ਵਿੱਚ ਆਏ ਹਨ। ਔਰ ਜਿਹੜੇ ਰਾਜੇ ਸਨ ਪਹਾੜੀ ਰਾਜੇ, ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਦੀ ਇਹਨਾਂ ਦੇ ਨਾਲ ਪਹਿਲਾਂ ਵੀ ਸਾਂਝ ਸੀ, ਆਉਣ ਜਾਣ ਸੀ। ਰਾਜਾ ਦੀਪ ਚੰਦ ਹੋਇਆ, ਰਾਜਾ ਤਾਰਾ ਚੰਦ, ਤੇ ਇਹਨਾਂ ਦੇ ਨਾਲ ਸਾਂਝ ਸੀ ਬਿਲਾਸਪੁਰ। ਇਹਨਾਂ ਵਿੱਚੋਂ ਰਾਜਾ ਦੀਪ ਚੰਦ ਉਹ ਚੜ੍ਹਾਈ ਕੀਤਾ ਤੇ ਮਹਾਰਾਜ ਉਹਦੇ ਘਰ ਉਹਦੇ 17ਵੇਂ ਤੇ ਗਏ। ਤੇ ਰਾਣੀ ਨੂੰ ਜਦੋਂ ਪਤਾ ਲੱਗਾ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਨਗਰ ਵਸਾਉਣਾ ਚਾਹੁੰਦੇ ਹਨ, ਧੰਨ ਗੁਰੂ ਤੇਗ ਬਹਾਦਰ ਮਹਾਰਾਜ ਨਵਾਂ ਨਗਰ ਵਸਾਉਣਾ ਚਾਹੁੰਦੇ ਹਨ, ਤੇ ਨਗਰ ਸਤਿਗੁਰੂ ਜੀ ਸਾਡੇ ਕੋਲੋਂ ਦੂਰ ਵਸਾ ਰਹੇ ਹਨ। ਕਿਉਂ? ਕਿਉਂਕਿ ਕੀਰਤਪੁਰ ਸਾਹਿਬ ਮਹਾਰਾਜ ਜੀ ਨਹੀਂ ਸਨ ਚਾਹੁੰਦੇ ਵੀ ਸ਼ਰੀਕਾਂ ਵਿੱਚ ਕਿਸੇ ਤਰ੍ਹਾਂ ਦਾ ਉਪਦਰਵ ਖੜਾ ਹੋਵੇ, ਸ਼ਰੀਕੇ ਦੇ ਵਿੱਚ ਜਾਂ ਕਿਸੇ ਪ੍ਰਕਾਰ ਦੀ ਕੋਈ ਗੱਲਬਾਤ ਹੋਵੇ। ਮਹਾਰਾਜ ਕੇ ਚਾਹੁੰਦੇ ਸਨ ਕਿ ਦੂਰ ਹੋਵੇ। ਫਿਰ ਰਾਣੀ ਬੇਨਤੀ ਕੀਤੀ, ਮਹਾਰਾਜ ਕਿਰਪਾਲਤਾ ਕਰੋ, ਤੁਸੀਂ ਸਾਥੋਂ ਦੂਰ ਨਾ ਜਾਓ, ਕਹੋ ਤਾਂ ਅਸੀਂ ਸਤਿਗੁਰੂ ਮਹਾਰਾਜ ਭੋਏ ਅਸੀਂ ਤੁਹਾਨੂੰ ਲੈ ਕਰਕੇ ਆਪਣੀ ਅਸੀਂ ਰਿਆਸਤ ਦੇ ਵਿੱਚੋਂ ਦੇ ਦਈਏ। ਸਤਿਗੁਰੂ ਮਹਾਰਾਜ ਜੀਆਂ ਨੇ ਫਿਰ ਆਉਣ ਵਾਲੇ ਸਮੇਂ ਨੂੰ ਭਾਂਪਦਿਆਂ ਹੋਇਆਂ ਕਿ ਆਉਣ ਵਾਲਾ ਸਮਾਂ ਕੈਸਾ ਹੋਵੇਗਾ, ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਨੇ ਭਵਿੱਖਤ ਸਮੇਂ ਨੂੰ ਜਾਣਦਿਆਂ ਹੋਇਆਂ ਫਿਰ ਕੀਰਤਪੁਰ ਸਾਹਿਬ ਤੋਂ 5 ਕੋਸ ਪਰ ਦੂਰ ਜਿਹੜਾ ਅੱਜ ਪਾਵਨ ਪਵਿੱਤਰ ਮੁਬਾਰਕ ਅਸਥਾਨ ਸ਼੍ਰੀ ਅਨੰਦਪੁਰ ਸਾਹਿਬ, ਨਾਂ ਵੱਖ-ਵੱਖ ਬਦਲੇ, ਚੱਕ ਨਾਨਕੀ ਮਹਾਰਾਜ ਜੀਆਂ ਨੇ, ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਨੇ ਤਾਂ ਸਤਿਕਾਰਯੋਗ ਮਾਤਾ ਨਾਨਕੀ ਜੀਆਂ ਦੇ ਨਾਮ ਤੇ ਪਹਿਲਾਂ ਨਗਰ ਸਾਧ ਸੰਗਤ ਜੀਓ ਚੱਕ ਨਾਨਕੀ ਰੱਖਣਾ ਕੀਤਾ। ਔਰ ਨਗਰ ਨੂੰ 350 ਸਾਲ ਸਨ 1665 ਦੇ ਅੰਦਰ ਪਾਤਸ਼ਾਹ ਜੀ ਨੇ ਇਹ ਪਾਵਨ ਨਗਰ ਵਸਾਉਣਾ ਕੀਤਾ ਸੀ, ਸਨ 1665 ਦੇ ਅੰਦਰ। ਹਾਂ, ਕੀਰਤਪੁਰ ਪਾਵਨ ਪਵਿੱਤਰ ਸਥਾਨ
ਬਾਬਾ ਗੁਰਦਿੱਤਾ ਸਾਹਿਬ ਜੀਆਂ ਨੇ ਸਨ 1625 ਵਿੱਚ ਮੋੜੀ ਗੱਡੀ ਸੀ। ਕੀਰਤਪੁਰ ਸਾਹਿਬ ਪਾਵਨ ਪਵਿੱਤਰ ਅਸਥਾਨ ਦੀ ਸਤਿਗੁਰੂ ਮਹਾਰਾਜ ਜੀਆਂ ਦੇ ਹੁਕਮਾਂ ਨਾਲ ਬਾਬਾ ਗੁਰਦਿੱਤਾ ਸਾਹਿਬ ਜੀਆਂ ਨੇ ਸਨ 1625 ਵਿੱਚ ਤੇ ਸ਼੍ਰੀ ਅਨੰਦਪੁਰ ਸਾਹਿਬ ਚੱਕ ਨਾਨਕੀ ਮਾਖੋਵਾਲ ਦੀ ਭੋਏ ਉਹ ਸਤਿਗੁਰੂ ਮਹਾਰਾਜ ਜੀਆਂ ਨੇ ਸਾਧ ਸੰਗਤ ਜੀ ਸਨ 1665 ਨੂੰ ਮਹਾਰਾਜ ਜੀਆਂ ਨੇ ਪਾਵਨ ਪਵਿੱਤਰ ਨਗਰ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਨੇ ਆਬਾਦ ਕੀਤਾ। ਔਰ ਨਾਮ ਸ਼੍ਰੀ ਅਨੰਦਪੁਰ ਸਾਹਿਬ ਜਦੋਂ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਵਾਪਸ ਪਟਨਾ ਸਾਹਿਬ ਦੀ ਧਰਤੀ ਤੋਂ ਜਦੋਂ ਵਾਪਸ ਆਏ ਸਨ ਸਾਧ ਸੰਗਤ ਜੀ ਸਨ 1670 ਵਿੱਚ ਜਦੋਂ ਬਾਲ ਗੋਬਿੰਦ ਰਾਏ ਜੀ ਪਹਿਲੀ ਵਾਰ ਜਦੋਂ ਅਨੰਦਪੁਰ ਸਾਹਿਬ ਆਏ, ਆਨੰਦ ਸਾਹਿਬ ਦਾ ਪਾਠ ਹੋਇਆ ਜੂਹ ਦੇ ਵਿੱਚ ਜਦੋਂ ਲਖਨੌਰ ਦੇ ਪਾਵਨ ਅਸਥਾਨਾਂ ਤੋਂ ਸਤਿਗੁਰੂ ਗੁਰੂ ਤੇ ਗੋਬਿੰਦ ਸਿੰਘ ਮਹਾਰਾਜ ਨਾਨਕੇ ਨਗਰ ਰਹੇ, ਉੱਥੋਂ ਫਿਰ ਆਨੰਦਪੁਰ ਸਾਹਿਬ ਆਏ, ਆਨੰਦ ਸਾਹਿਬ ਦਾ ਪਾਠ ਹੋਇਆ, ਨਗਰੀ ਦਾ ਨਾਮ ਆਨੰਦਪੁਰ ਸਾਹਿਬ ਪਿਆ। ਪਹਿਲਾ ਨਾਮ ਚੱਕ ਨਾਨਕੀ ਹੈ ਇਸ ਨਗਰ ਦਾ, ਫਿਰ ਬਾਅਦ ਦੇ ਅੰਦਰ ਸਾਧ ਸੰਗਤ ਇਸ ਪਾਵਨ ਅਸਥਾਨ ਦਾ ਨਾਮ ਸ਼੍ਰੀ ਆਨੰਦਪੁਰ ਸਾਹਿਬ ਆਪਾਂ ਅੱਜ ਸਤਿਕਾਰ ਦੇ ਨਾਲ ਖਾਲਸੇ ਦੀ ਜਨਮ ਭੂਮੀ ਇਸ ਪ੍ਰਕਾਰ ਨਾਲ ਆਪਾਂ ਲੈਨੇ ਹਾਂ। ਸਤਿ ਸ੍ਰੀ ਅਕਾਲ। ਸੋ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਦੇ ਚਿੱਤ ਦਾ ਹੁਣ ਖਿਆਲ ਹੈ ਕਿ ਨਵਾਂ ਨਗਰ ਆਬਾਦ ਕੀਤਾ ਜਾਏ। ਕੀਰਤਪੁਰ ਸਾਹਿਬ ਤੋਂ ਸਤਿਗੁਰੂ ਮਹਾਰਾਜ ਜੀ ਪੰਜ ਕੋ ਵਾਲੇ ਪਾਸੇ ਅਗਾਂਹ ਦੂਰ ਸਤਿਗੁਰੂ ਮਹਾਰਾਜ ਜੀ ਤੱਕਦੇ ਹਨ। ਕਿਸ ਪ੍ਰਕਾਰ ਮੇਰੇ ਸਾਹਿਬ ਜੀਆਂ ਨੇ ਇਹ ਨਗਰ ਨੂੰ ਵਸਾਉਣਾ ਕੀਤਾ ਹੈ, ਅਗਲੇ ਪ੍ਰਸੰਗਾਂ ਦੇ ਅੰਦਰ ਸਾਧ ਸੰਗਤ ਜੀ ਆਪਾਂ ਇਹ ਸਰਵਣ ਕਰਾਂਗੇ। ਸੋ ਕਥਾ ਵਾਰਤਾ ਕਰਦਿਆਂ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਦੇ ਜਸ ਗਾਇਨ ਕਰਦਿਆਂ ਇਤਿਹਾਸ ਦੇ ਬਚਨ ਬੋਲਦਿਆਂ ਹੋਈਆਂ ਬੇਅੰਤ 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 ਭੁੱਲਾਂ ਦੀ ਖਿਮਾ ਸਤਿਗੁਰੂ ਜੀ ਦੀ ਸੰਗਤ ਬਖਸ਼ਣੇ ਯੋਗ ਹੈ, ਬਖਸ਼ ਲੈਣਾ ਜੀ। ਵਾਹਿਗੁਰੂ 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 ਵਾਹਿਗੁਰੂ। हे अच्युत हे पार ब्रह्म ਅਬਨਾਸੀ ਅਘਨਾਸ हे पूरण हे सर्वमय ਭੰਜਨ ਗੁਣਤਾਸ हे संगी हे निरंकार हे ਨਿਰਗੁਣ ਸਭ ਟੇਕ हे गोबिंद हे गुण निदान ਜਾ ਕੈ ਸਦਾ ਵਿਵੇਕ हे अपरंपर हर हरे है पी होवन ਹਾਰ हे संत का सदा संग हे ਧਾਰਾ ਆਧਾਰ हे ठाकुर हों दास रूप मैं ਨਿਰਗੁਣ निर्गुण ਗੁਣ ਨਹੀਂ ਕੋਈ नानक दीजा नाम दान ਰਾਖੋ ਹੀਐ ਪਰੋਏ आए प्रभ शरणागति ਕਿਰਪਾ ਨਿਧ ਦਇਆਲ एक अखर हर मन बसता ਨਾਨਕ ਹੋਤ ਨਿਹਾਲ वाहिगुरु नाम जहाज है ਚੜੇ ਸੋ ਉਤਰੇ ਪਾਰ जो श्रद्धा कर सेवंदे ਗੁਰ ਪਾਰ ਉਤਾਰਨ ਹਾਰ जो श्रद्धा कर सेवंदे ਗੁਰ ਪਾਰ ਉਤਾਰਨ ਹਾਰ वाहिगुरु जी का खालसा वाहिगुरु ਵਾਹਿਗੁਰੂ ਜੀ ਕੀ ਫਤਿਹ।